subscribe our channel and press the bell icon ताकि कोई भी नवी अपडेट तुसी मिस ना करो। ਹੁਣ ਯੂਨੀਅਨ ਤੋਂ ਬਿਨਾਂ ਲੋਕ ਇਕਜੁੱਟ ਹੋ ਕੇ ਆਏ ਮੈਂ ਜੀ, ਕੋਈ ਯੂਨੀਅਨ ਨਹੀਂ, ਸਿਰਫ ਆਪਣਾ ਦੇਖ ਕੇ ਵੀ ਸਾਡੇ ਹੋਣ ਦੀ ਲੜਾਈ ਹੈ ਉਹਦੇ ਕਰਕੇ ਅਸੀਂ ਆਏ ਮੈਂ ਜੀ। ਤੇ ਅਸੀਂ ਬਿਲਕੁਲ ਨਹੀਂ ਛੱਡਾਂਗੇ, ਨਾ ਅਸੀਂ ਇਹਨਾਂ ਦੇ ਕਿਸੇ ਕਾਰਪੋਰੇਟ ਘਰਾਣੇ ਨੂੰ ਝੁਕਾਂਗੇ, ਨਾ ਜ਼ਮੀਨਾਂ ਪਾਉਣ ਦੇਵਾਂਗੇ। ਇਹ ਤਾਂ ਉਹਨਾਂ ਦੇ ਬਚਨਾਂ ਨੇ ਸਾਨੂੰ ਜ਼ਮੀਨਾਂ ਬਖਸ਼ੀਆਂ ਵਾ, ਸਾਨੂੰ ਸਰਦਾਰੀਆਂ ਬਖਸ਼ੀਆਂ, ਇਹਦਾ ਗੌਰਮੈਂਟ ਦਾ ਮੈਂ ਭੁਲੇਖਾ ਵਾ, ਇਹ ਭੁੱਲ ਜਾਣੇ ਵਰ ਕੇ ਪਾੜ ਦੇਣਾ। ਕਿਉਂਕਿ ਜਿਹੜਾ ਸਾਡਾ ਪੇਂਡੂ ਖੇਤਰ ਆ, ਵੋਟਾਂ ਦਾ ਕੰਮ ਆ, ਉਹਨਾਂ ਦਾ ਕਿਸੇ ਪੋਲੀਟੀਕਲ ਪਾਰਟੀ ਨਾਲ ਕੋਈ ਮਤਲਬ ਨਹੀਂ ਹੁੰਦਾ। ਉਹਨਾਂ ਦਾ ਆਪਦੇ ਪਿੰਡ ਦੇ ਹੁੰਦਾ ਵੀ ਉਹਨੂੰ ਡਾਊਨ ਕਰਨ ਲਈ ਦੂਜੇ ਨੂੰ ਵੋਟ ਸਿੱਟਣੀ ਆ, ਉਹਨੂੰ ਜੈਲਸ ਦੇ ਮਾਰਿਆਂ ਨੇ ਦੂਜੇ ਦੇ ਮੂਹਰੇ ਝੰਡਾ ਚੱਕ ਕੇ ਗੇੜਾ ਦੇਣਾ ਹੁੰਦਾ। ਕਿਉਂਕਿ ਵਿਦੇਸ਼ਾਂ ਦੇ ਵਿੱਚ ਬੈਠੇ ਆ, ਉੱਥੇ ਉਹਨਾਂ ਦੀ ਕਿਹੜੀ ਤੜਫ ਆ, ਉਹਨਾਂ ਦਾ ਜ਼ਮੀਰ ਆ ਜਿਹੜੀ ਕਿ ਆਪਣਾ ਭਾਵਨਾ ਜੁੜੀ ਹੋਈ ਹੈ, ਉਹ ਤੜਫ ਰਹੇ ਆ। ਬੇਸ਼ੱਕ ਉੱਥੇ ਬੈਠੇ ਆ ਕਿ ਹੁਣ ਕਰੋਨਾ ਕਾਲ ਕਰਕੇ ਥੋੜੀ ਜਿਹੀ ਦਿੱਕਤ ਆ ਗਈ, ਨਹੀਂ ਤਾਂ ਆਪਣੇ ਜਹਾਜ਼ ਭਰ ਕੇ ਇੱਥੇ ਏਅਰਪੋਰਟ ਨੂੰ ਸਾਹ ਨਹੀਂ ਸੀ ਆਉਣਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਤੇ ਮੈਂ ਰਾਜਵਿੰਦਰ ਭੁੱਲਰ। ਇਸ ਵਕਤ ਸਾਂਝਾ ਟੀਵੀ ਦੀ ਟੀਮ ਹੈ ਜਿਹੜੀ ਉਹ ਸੋਨੀਪਤ ਖੜੀ ਹੋਈ ਹੈ ਡਾਕਟਰ BR ਅੰਬੇਦਕਰ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਬਿਲਕੁਲ ਕੋਲੇ। ਇਸ ਵਕਤ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਜਿਹੜੇ ਆ ਕਿਸਾਨ ਖੜੇ ਹੋਏ ਨੇ, ਕਿਸਾਨਾਂ ਨੇ ਆਪਣੇ ਪਿੰਡ ਵਸਾਏ ਹੋਏ ਨੇ। ਟਰਾਲੀ ਟਾਕ ਪ੍ਰੋਗਰਾਮ ਦੇ ਤਹਿਤ ਅੱਜ ਆਪਾਂ ਗੱਲਬਾਤ ਕਰਾਂਗੇ ਪਿੰਡ ਘੜੂਆਂ, ਜ਼ਿਲ੍ਹਾ SAS ਯਾਨੀ ਕਿ ਮੋਹਾਲੀ ਜ਼ਿਲ੍ਹੇ ਦੇ ਨਾਲ ਗੱਲਬਾਤ ਕਰਾਂਗੇ। ਲੁਧਿਆਣਾ ਜ਼ਿਲ੍ਹਾ ਵੀ ਇੱਥੇ ਮੌਜੂਦ ਹੈ, ਲੰਗਰ ਵੀ ਚਲਾਏ ਜਾ ਰਹੇ ਆ। ਕਿਸਾਨ ਪਿੰਡ ਤੋਂ ਇੱਥੇ ਪਹੁੰਚੇ ਹੋਏ ਆ, ਪੂਰੇ ਭਾਰਤ ਭਰ ਤੋਂ ਜਿਹੜੇ ਕਿਸਾਨ ਹੈ ਉਹ ਇੱਥੇ ਆਏ ਹੋਏ ਨੇ। ਜੇ ਗੱਲ ਕਰੀਏ ਖੇਤੀ ਕਾਨੂੰਨਾਂ ਦੀ ਤਾਂ ਇਹਨਾਂ 3 ਕਾਲੇ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨ ਜਿਹੜੇ ਆ ਦਿੱਲੀ ਦੀਆਂ ਬਰੂਹਾਂ ਤੇ ਡਟੇ ਹੋਏ ਆ। ਲਗਾਤਾਰ ਮੀਟਿੰਗਾਂ ਹੋ ਰਹੀਆਂ, 10 ਮੀਟਿੰਗਾਂ ਹੋ ਚੁੱਕੀਆਂ। ਨੌਜਵਾਨ ਵੀ ਬੈਠੇ ਨੇ, ਬਜ਼ੁਰਗ ਵੀ ਨੇ, ਇਹਨਾਂ ਨਾਲ ਗੱਲਬਾਤ ਕਰਦੇ ਆ। ਹਾਂਜੀ ਬਾਈ ਜੀ, ਇੱਕ ਵਾਰੀ ਮੈਂ ਕਹਿੰਦਾ ਸਾਰੇ ਖੜੇ ਹੋ ਜਾਓ ਤੇ ਆਪਾਂ ਗੱਲਬਾਤ ਸ਼ੁਰੂ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਕੀ ਨਾਮ ਹੈ? ਮੇਰਾ ਨਾਮ ਜੀ ਨਰਿੰਦਰ ਸਿੰਘ ਰੰਮਾ, ਪਿੰਡ ਘੜੂਆਂ ਜੀ। ਅੱਛਾ ਬਾਈ ਜੀ, ਘੜੂਏ ਪਿੰਡ ਬਾਰੇ ਥੋੜਾ ਚਾਨਣਾ ਪਾਓ, ਇਹਦਾ ਨਾਂ ਕਿਵੇਂ ਪਿਆ, ਕਿੱਥੇ ਜੇ ਸਥਿਤ ਹੈ, ਕਿਹੋ ਜਿਹਾ ਪਿੰਡ ਹੈ, ਵੋਟ ਕਿੰਨੀ ਹੈ? ਜੇ ਗੱਲ ਕਰੀਏ ਸਹਿਯੋਗ ਦੀ, ਕਿਸਾਨੀ ਸੰਘਰਸ਼ ਵਿੱਚ ਲੋਕਾਂ ਦਾ ਸਹਿਯੋਗ ਕਿੰਨਾ ਕੁ? ਸੰਘਰਸ਼ ਦਾ ਸਹਿਯੋਗ ਤਾਂ ਅਸੀਂ ਇਹ ਵੀ ਪਹਿਲੇ ਦਿਨ ਤੋਂ ਅਸੀਂ ਬੈਠੇ ਹਾਂ, 26 ਤਰੀਕ ਤੋਂ ਅਸੀਂ ਬੈਠੇ ਆਏ ਵੀ ਇੱਥੇ। ਪਿੰਡ ਜਿਹੜਾ ਘੜੂਆਂ ਜੀ ਇਹ ਜ਼ਿਲ੍ਹਾ ਮੋਹਾਲੀ ਪੈਂਦਾ ਤੇ ਖਰੜ ਤੋਂ ਤਕਰੀਬਨ 9 ਕਿਲੋਮੀਟਰ ਲੁਧਿਆਣੇ ਵੱਲ ਨੂੰ, ਖਰੜ ਤੋਂ ਲੁਧਿਆਣਾ ਹਾਈਵੇ ਤੇ ਪੈਂਦਾ ਜੀ। ਤੇ ਤਕਰੀਬਨ ਜ਼ਿਲ੍ਹੇ ਦਾ ਸਭ ਤੋਂ ਵੱਡਾ ਪਿੰਡ ਹੈ, ਇਲਾਕੇ ਦਾ ਵੱਡਾ ਪਿੰਡ ਹੈ ਜੀ। 6000 ਦੇ ਕਰੀਬ ਵੋਟ ਹੈ ਜੀ, ਤਕਰੀਬਨ 8-9 ਹਜ਼ਾਰ ਸਾਡੇ ਪਿੰਡ ਦੀ ਆਬਾਦੀ ਹੈ ਜੀ। ਜਿਹੜਾ ਤੁਸੀਂ ਨਾਮ ਪ੍ਰਤੀ ਕਿਹਾ ਜੀ, ਨਾਮ 2-3 ਧਾਰਨਾ ਚੱਲੀਆਂ ਆਉਂਦੀਆਂ। ਇੱਕ ਧਾਰਨਾ ਚੱਲੀ ਆਉਂਦੀ ਜਦੋਂ ਆਪਣਾ ਪਾਂਡਵਾਂ ਨੂੰ ਬਨਵਾਸ ਮਿਲਿਆ, ਬਨਵਾਸ ਦੇ ਟਾਈਮ ਇੱਥੇ ਜਿਹੜਾ ਆਪਣਾ ਭੀਮ ਸੀਗਾ ਉਹਨੇ ਇੱਥੇ ਵਿਆਹ ਕਰਵਾਇਆ ਸੀਗਾ ਹੜਿੰਬਾ ਨਾਂ ਦੀ ਰਾਖਸ਼ ਨਾਲ। ਉਦੋਂ ਇਹਦੇ ਪੁੱਤਰ ਹੋਇਆ ਸੀ ਜਿਹਦਾ ਨਾਮ ਘਟੌਤ ਕੱਚ ਸੀ। ਉਹ ਤੋਂ ਵੱਧਦਾ ਵੀ ਕਹਿੰਦੇ ਘੜੂਆਂ ਹੋ ਗਿਆ। ਜਾਂ ਇੱਕ ਪੁਰਾਣੀ ਪ੍ਰਥਾ ਚੱਲਦੀ ਹੈ, ਸਾਡੇ ਬਾਬਾ ਜੋਧ ਸਿੰਘ ਆਏ ਸੀਗੇ ਆਪਣਾ ਲੌਂਗੋਵਾਲ ਤੋਂ, ਪਿੰਡ ਨਮੋਲ ਤੋਂ। ਉਦੋਂ ਇੱਥੇ ਗਸਾਈ ਵੱਧ ਰਹੇ ਸੀਗੇ, ਗਸਾਈ ਵੀ ਆਪਣੇ ਘਰਾਂ ਨੂੰ ਗਰੂਆਂ ਕਹਿੰਦੇ ਆ। ਇੱਕ ਧਾਰਨਾ ਇਹ ਵੀ ਹੈ ਵੀ ਉਦੋਂ ਚੱਲਦਾ ਇਹ ਘੜੂਆਂ ਬਣ ਗਿਆ ਜੀ। ਤੇ ਪਿੰਡ ਕਿਹੜੀ ਯੂਨੀਅਨ ਦੇ ਨਾਲ ਜੁੜਿਆ ਹੋਇਆ? ਕਿਸਾਨੀ ਸੰਘਰਸ਼ ਦੀ ਗੱਲ ਕਰੀਏ, ਹੁਣੇ ਤੋਂ ਪਿੰਡ ਜੁੜਿਆ ਕਿ ਪਹਿਲਾਂ ਦਾ ਜੁੜਿਆ ਸੀ? ਪਿੰਡ ਜੀ ਪਹਿਲਾਂ ਯੂਨੀਅਨ ਤਕਰੀਬਨ ਸਾਰੇ ਲੱਖੋਵਾਲ ਯੂਨੀਅਨ ਸੀਗੀ ਇੱਕ, ਜਦੋਂ ਤੱਕ ਲੱਖੋਵਾਲ ਠੀਕ ਰਿਹਾ ਉਦੋਂ ਤੱਕ ਲੋਕ ਜੁੜੇ ਰਹੇ। ਲੱਖੋ ਸਾਹਿਬ ਆਪਣੇ ਯੂਨੀਅਨ ਦਾ ਕੰਮ ਛੱਡ ਕੇ ਆਪਣੇ ਨਿੱਜੀ ਹਿੱਤਾਂ ਨੂੰ ਹੋ ਗਏ ਤਾਂ ਲੋਕਾਂ ਨੇ ਆਪੇ ਪਾਸਾ ਪਿੱਛੇ ਹਟ ਗਏ ਜੀ। ਹੁਣ ਯੂਨੀਅਨ ਤੋਂ ਬਿਨਾਂ ਲੋਕ ਇਕਜੁੱਟ ਹੋ ਕੇ ਆਏ ਮੈਂ ਜੀ, ਕੋਈ ਯੂਨੀਅਨ ਨਹੀਂ, ਸਿਰਫ ਆਪਣਾ ਦੇਖ ਕੇ ਵੀ ਸਾਡੇ ਹੋਣ ਦੀ ਲੜਾਈ ਹੈ ਉਹਦੇ ਕਰਕੇ ਅਸੀਂ ਆਏ ਮੈਂ ਜੀ। ਲੰਬੇ ਸਮੇਂ ਤੋਂ ਆਪਾਂ ਇੱਥੇ ਡਟੇ ਹੋਏ ਆ, ਦਿੱਲੀ ਦੀਆਂ ਬਰੂਹਾਂ ਤੇ ਆਪਣੇ ਹੱਕ ਲੈਣ ਲਈ ਖੜੇ ਆ। ਮੀਟਿੰਗਾਂ ਹੋ ਰਹੀਆਂ, 10 ਮੀਟਿੰਗਾਂ ਹੋ ਚੁੱਕੀਆਂ। ਕੱਲ੍ਹ ਵਾਲੀ ਮੀਟਿੰਗ ਜਿਹੜੀ ਹੋਈ ਹੈ ਉਹਦੇ ਬਾਰੇ ਆਮ ਕਿਸਾਨ ਕਿੰਨੀ ਕੁ ਨੌਲੇਜ ਰੱਖਦਾ? ਇਸ ਪ੍ਰੋਗਰਾਮ ਦਾ ਖਾਸ ਮਕਸਦ ਹੀ ਇਹ ਆ, ਆਮ ਜਿਹੜੇ ਕਿਸਾਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ, ਪਿੰਡ ਨਾਲ ਗੱਲਬਾਤ ਕੀਤੀ ਜਾਂਦੀ ਹੈ। ਤੁਸੀਂ ਉਹਦੇ ਬਾਰੇ ਚਾਨਣਾ ਪਾਓ, ਜਿਹੜੀ ਕੱਲ੍ਹ ਵਾਲੀ ਮੀਟਿੰਗ ਹੋਈ ਹੈ ਉਹ 'ਚੋਂ ਆਮ ਵਰਗ ਕੀ ਸੋਚਦਾ? ਆਮ ਵਰਗ ਇਹ ਹੈ ਜੀ, ਹੁਣ ਇਹ ਕੱਲ੍ਹ ਵਾਲੀ ਮੀਟਿੰਗ 'ਚ ਆ ਕੇ ਵੀ ਅਸੀਂ 2 ਸਾਲ ਵਾਸਤੇ ਜਿਹੜੇ ਕਾਨੂੰਨ ਹੈ ਹੋਲਡ ਕਰ ਦਿੰਦੇ ਆ। ਪਰ ਇੱਕ ਪੁਰਾਣੀ ਕਹਾਵਤ ਹੈ ਵੀ ਝੋਟਾ ਖੂਹ ਦੇ ਵਿੱਚ ਗਿਰ ਗਿਆ, ਕੱਢਣ ਲੱਗੇ ਕਹਿੰਦੇ ਨੱਥ ਵੀ ਹੁਣੀ ਪਾ ਲਓ। ਹੁਣ ਗੋਡੇ ਥੱਲੇ ਆਇਆ ਵਾ ਜੀ, ਕਾਨੂੰਨ ਵਾਪਸ ਕਰਾ ਕੇ ਮੁੜਾਂਗੇ ਜੀ, ਐਨੀ ਛੇਤੀ ਨਹੀਂ ਮੁੜਦੇ ਜੀ। ਤੁਹਾਨੂੰ ਲੱਗਦਾ ਕਿ ਸਰਕਾਰ ਥੋੜੀ ਜਿਹੀ ਅੱਗੇ ਨਾਲੋਂ ਸੌਫਟ ਹੋਈ ਆ? ਕਿਉਂਕਿ ਅੱਗੇ ਸਰਕਾਰ ਕਹਿੰਦੀ ਸੀ ਕਿ ਜਿਹੜੇ ਕਿਸਾਨ ਆ ਉਹ ਜਿੱਦ ਕਰਦੇ ਆ। ਜੇ ਖੇਤੀਬਾੜੀ ਮੰਤਰੀ ਤੋਮਰ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਕਿਸਾਨ ਜਿੱਦ ਨਹੀਂ ਛੱਡ ਰਹੇ, ਕਿ ਸਰਕਾਰ ਜਿਹੜੇ ਆ 1-2 ਸਟੈਪ ਅੱਗੇ ਆਈ ਆ ਪਰ ਕਿਸਾਨ ਨਹੀਂ ਆ ਰਹੇ। ਤੁਹਾਨੂੰ ਲੱਗਦਾ ਕਿ ਜਿੱਦ ਦਾ ਮਸਲਾ?
ਜਿੱਦ ਦਾ ਜੀ ਸਰਕਾਰ ਕਰ ਰਹੀ ਹੈ ਜੀ। ਅਸੀਂ ਤਾਂ ਪੁਰਾਣੀ ਗੱਲ ਪਰ ਖੜੇ ਆ। ਜਿਹੜੇ ਪੁਰਾਣੇ ਕਾਨੂੰਨ ਸੀਗੇ, ਜਿਵੇਂ ਚੱਲਦਾ ਸਾਡਾ ਮੰਡੀਕਾਂ ਚੱਲ ਰਿਹਾ ਸੀਗਾ, ਚੱਲਣ ਦਵੇ ਜਾਂ ਸਾਨੂੰ ਲੋੜ ਹੀ ਨਹੀਂ ਹੈਗੀ। ਧੱਕੇ ਨਾਲ ਰੋਟੀ ਖਿਲਾਉਣ ਦਾ ਕੋਈ ਤੁਕ ਨਹੀਂ ਬਣਦੀ ਜੀ। ਜੇ ਕਹਿੰਦੇ ਆ ਵੀ ਅਸੀਂ ਕਾਨੂੰਨ ਚੰਗੇ ਆ, ਅਸੀਂ ਕਹਿੰਦੇ ਮਾੜੇ ਆ, ਜੋ ਪੁਰਾਣਾ ਵਿਵਸਥਾ ਚੱਲਦੇ ਚੱਲੀ ਜਾਣ ਦਿਓ ਜੀ। ਇਹਦੇ ਵਿੱਚ ਕੀ ਪ੍ਰੋਬਲਮ ਹੈ ਜੀ? ਕਿਉਂਕਿ ਅੱਜ ਅਸੀਂ ਦੇਖਦੇ ਹਾਂ ਸਰਕਾਰੀ ਸਕੂਲਾਂ ਦਾ ਕੀ ਹਾਲ ਹੈ, ਸਰਕਾਰੀ ਹਸਪਤਾਲਾਂ ਦਾ ਕੀ ਹਾਲ ਹੈ, BSNL ਦਾ ਕੀ ਹਾਲ ਹੈ। ਤੇ ਦੂਜੀ ਗੱਲ ਰਹੀ ਹੈ, ਜਿੱਥੇ ਇਹ ਲਾਗੂ ਨਹੀਂ ਹੈਗੇ, ਬਿਹਾਰ ਦੇ ਆਪਾਂ ਦੇਖਦੇ ਹਾਂ ਬੰਦਿਆਂ ਨੂੰ, ਉਹਨਾਂ ਤੋਂ ਅੱਜ ਰੋਟੀ ਨਹੀਂ ਪੂਰੀ ਹੋ ਰਹੀ। ਅਸੀਂ ਆ ਕੇ ਦੇਖਿਆ ਵੀ 70 ਸਾਲ ਦੇ ਵਿੱਚ ਗਵਰਨਮੈਂਟ ਦੀਆਂ ਇੰਨੀਆਂ ਨਾਕਾਮੀਆਂ, ਮੈਨੂੰ ਰੋਟੀ ਨਹੀਂ ਪੂਰੀ ਹੋ ਰਹੀ। ਅਸੀਂ ਦਿਨ ਰਾਤ ਆਪਣੇ ਵੱਲੋਂ ਜਿੰਨਾ ਕਰ ਸਕਦੇ ਹਾਂ ਲੱਗੇ ਹੋਏ ਜੀ। ਸਵੇਰੇ ਵੀ, ਦੁਪਹਿਰ ਨੂੰ ਵੀ, ਸ਼ਾਮ ਨੂੰ ਵੀ ਤਕਰੀਬਨ 3-4 ਹਜ਼ਾਰ ਬੰਦੇ ਨੂੰ ਲੰਗਰ ਛਕਾਉਂਦੇ ਜੀ, ਜਿਹਦੇ ਵਿੱਚੋਂ 80% ਪ੍ਰਵਾਸੀ ਹੈ ਜੀ। ਗੌਰਮੈਂਟ ਵਾਸਤੇ ਬੜੀ ਸ਼ਰਮਨਾਇਕ ਹੈ ਜਿਹੜੇ ਹੱਦ ਤੱਕ 70 ਸਾਲ ਦੇ ਵਿੱਚ ਇੱਕ ਆਮ ਬੰਦੇ ਨੂੰ ਰੋਟੀ ਨਹੀਂ ਦੇ ਸਕੀ। ਜੇ ਅਸੀਂ ਰੋਟੀ ਖਾਂਦੇ ਆ, ਜੇ ਅਸੀਂ ਮਿਹਨਤ ਕਰਕੇ ਖਾ ਰਹੇ ਆ, ਸਾਨੂੰ ਇਹ ਚੁੱਭ ਰਹੀ ਹੱਥ ਉਹ ਵੀ ਖੋਣ ਨੂੰ ਫਿਰਦੇ ਆ। ਸਾਨੂੰ ਇਹੋ ਜਿਹਾ ਕਰਿਆ ਚਾਹੁੰਦੇ, ਇਹਨਾਂ ਵਰਗਾ ਬਣਾਇਆ ਚਾਹੁੰਦੇ ਸਾਨੂੰ। ਤੁਹਾਨੂੰ ਲੱਗਦਾ ਕਿ ਜਿਹੜੇ ਕਾਨੂੰਨ ਹੈ ਪੰਜਾਬ ਦਾ ਹਾਲ ਬਿਹਾਰ ਨਾਲ ਵੀ ਮਾੜਾ ਕਰ ਦੇਣਗੇ, ਜਿਸ ਕਰਕੇ ਜਿਹੜੇ ਲੋਕ ਇਕੱਠੇ ਹੋਏ ਆ? ਜੇ ਬਿਹਾਰ ਦੀ ਗੱਲ ਕਰੀਏ ਤਾਂ ਪ੍ਰਵਾਸੀ ਮਜ਼ਦੂਰ ਜਿਹੜੇ ਆਪਣੇ ਇੱਥੇ ਕੇ ਕੰਮ ਕਰਦੇ ਆ, ਜੇਕਰ ਆਪਣੇ ਲਾਗੂ ਹੁੰਦੇ ਆ ਤਾਂ ਆਪਾਂ ਕਿੱਥੇ ਜਾ ਕੇ ਕੰਮ ਕਰਾਂਗੇ? ਅਸੀਂ ਪਹਿਲਾਂ ਤਾਂ ਜੀ ਅਸੀਂ ਇਹੋ ਜਿਹਾ ਬਣਨਾ ਹੀ ਨਹੀਂ ਹੈਗਾ। ਸਾਡੀ ਮਿੱਟੀ ਦੇ ਵਿੱਚ, ਸਾਡੇ ਖੂਨ ਦੇ ਵਿੱਚ ਜੋ ਮਹਾਰਾਜ ਨੇ ਇੱਕ ਵਾਰ ਭਰਤਾ ਜੀ, ਜੋ ਸਾਡੀ ਸਟੈਮਨਾ ਹੈ ਜੀ, ਅਸੀਂ ਇਹੋ ਜਿਹਾ ਬਿਲਕੁਲ ਨਹੀਂ ਬਣਾਂਗੇ। ਅਸੀਂ ਕਾਨੂੰਨ ਵਾਪਸ ਕਰਕੇ ਜਾਵਾਂਗੇ, ਠੀਕ ਹੈ ਜੀ। ਰਹੀ ਗੱਲ ਰੋਜ਼ ਆਪਣੀ ਬੇਰੁਜ਼ਗਾਰੀ ਦੀ ਜਾਂ ਆਪਣਾ ਕਿੱਥੇ ਅਸੀਂ ਜਾ ਕੇ ਕਰੂੰਗੇ, ਅਸੀਂ ਬਿਲਕੁਲ ਕਿਸੇ ਦੇ ਜਾ ਕੇ ਕੰਮ ਨਹੀਂ ਕਰਾਂਗੇ। ਸਾਡੀਆਂ ਜ਼ਮੀਨਾਂ ਸਾਨੂੰ ਬਾਬੇ ਨਾਨਕ ਨੇ ਦਿੱਤੀਆਂ, ਬਾਬੇ ਬੰਦੇ ਬਹਾਦਰ ਨੇ ਸਾਨੂੰ ਜ਼ਮੀਨਾਂ ਦਿੱਤੀਆਂ, ਤੇ ਅਸੀਂ ਬਿਲਕੁਲ ਨਹੀਂ ਛੱਡਾਂਗੇ। ਨਾ ਅਸੀਂ ਇਹਨਾਂ ਦੇ ਕਿਸੇ ਕਾਰਪੋਰੇਟ ਘਰਾਣੇ ਨੂੰ ਝੁਕਾਂਗੇ, ਨਾ ਜ਼ਮੀਨਾਂ ਪਾਉਣ ਦੇਵਾਂਗੇ, ਨਾ ਅਸੀਂ ਇਹਨੂੰ ਇੱਥੇ ਵੜਨ ਦੇਵਾਂਗੇ ਪੰਜਾਬ 'ਚ। ਕੋਈ ਗੱਲ ਨਹੀਂ ਜੀ, ਦੇਖਦੇ ਹਾਂ ਜੇ ਨਹੀਂ ਰੱਦ ਕਰਦੇ ਕਿਵੇਂ ਵੜਦੇ ਪੰਜਾਬ ਦੇ ਵਿੱਚ। ਕੋਈ ਗੱਲ ਨਹੀਂ ਜੀ। ਤੁਸੀਂ ਦੇਖ ਰਹੇ ਹੋ ਨੌਜਵਾਨ ਜਾਗ ਚੁੱਕੇ ਨੇ। ਨੌਜਵਾਨਾਂ ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ ਜਾਂਦੇ ਸੀ ਕਿ ਨੌਜਵਾਨ ਪੰਜਾਬ ਦੇ ਆਏ ਨੇ, ਉਵੇਂ ਨੇ, ਪਰ ਅੱਜ ਨੌਜਵਾਨ ਜਾਗਿਆ ਹੋਇਆ, ਜ਼ਮੀਨਾਂ ਦੀ ਲੜਾਈ ਦੇ ਲਈ ਦਿੱਲੀ ਦੀਆਂ ਬਰੂਹਾਂ ਤੇ ਡਟਿਆ ਹੋਇਆ। ਸਾਡੇ ਨਾਲ ਨੌਜਵਾਨ ਹੋਰ ਵੀ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਵੀਰੇ। ਬਾਈ ਜੀ ਕੀ ਨਾਮ ਆ ਤੇ ਪਿੰਡ ਕਿਹੜਾ? ਮੇਰਾ ਹੀ ਨਾਮ ਹਰਕੀਰਤ ਸਿੰਘ ਆ ਤੇ ਪਿੰਡ ਆਪਣਾ ਸਿੱਧਵਾਂ ਕਾਲਜ ਵਾਲਾ ਪਿੰਡ ਵੱਜਦਾ ਵਾ। ਸਿੱਧਵਾਂ ਖੁਰਦਾ ਕਾਲਜ ਦੇ ਨਾਂ ਤੇ ਮਸ਼ਹੂਰ ਪਿੰਡ ਆ ਸਾਡਾ ਜੀ, ਜਗਰਾਉਂ ਬੈਲਟ ਦਾ ਪਿੰਡ ਆ ਜੀ। ਸਿੱਧਵਾਂ ਪਿੰਡ ਤੋਂ ਤੁਸੀਂ ਵਸਨੀਕ ਹੋ, ਸਿੱਧਵਾਂ ਬਾਰੇ ਚਾਨਣਾ ਪਾਓ। ਸਿੱਧਵਾਂ ਪਿੰਡ ਦਾ ਨਾਂ ਕਿਵੇਂ ਪਿਆ, ਵੋਟ ਕਿੰਨੀ ਕੁ ਹੈ, ਤੇ ਖੇਤੀ ਸੰਘਰਸ਼ ਦੇ ਵਿੱਚ ਪਿੰਡ ਦਾ ਯੋਗਦਾਨ ਕਿੰਨਾ ਕੁ ਹੈ? ਦੇਖੋ ਜੀ, ਪਹਿਲੇ ਨੰਬਰ ਤੇ ਜੇ ਮੈਂ ਆਪਦੇ ਪਿੰਡ ਦੀ ਗੱਲ ਕਰਾਂ ਤਾਂ ਉਹ ਵਿਦਿਅਕ ਦੇ ਵਿੱਚ ਬਹੁਤ ਉੱਚਾ ਉਹਦਾ ਇੱਕ ਰੁਤਬਾ ਵਾ ਪਿੰਡ ਦਾ ਪਹਿਲੇ ਨੰਬਰ ਤੇ। ਕਾਰਨ ਕੀ, ਸਾਡੇ ਪਿੰਡ ਦੇ ਵਿੱਚ 1909 ਤੋਂ ਇੱਕ ਸਕੂਲ ਸ਼ੁਰੂ ਕੀਤਾ ਸੀ ਬੀਬੀ ਹਰਪ੍ਰਕਾਸ਼ ਕੌਰ ਨੇ, ਜਿਹੜੀ ਪਹਿਲੀ ਵਿਧਾਨ ਸਭਾ ਆਪਣੇ ਬਣੀ ਸੀਗੀ ਪੰਜਾਬ ਦੇ ਵਿੱਚ। ਉਹਦੀ ਪਹਿਲੀ MLA ਬੀਬੀ ਜਿਹੜੀ ਬੀਬੀ ਹਰਪ੍ਰਕਾਸ਼ ਕੌਰ ਜੀ ਬਣੇ ਸੀ, ਉਹਨਾਂ ਨੇ ਆਪਦੀ ਸਾਰੀ ਜ਼ਮੀਨ ਦਾਨ ਕਰਕੇ ਉਹਦੇ ਸਾਡੇ ਪਿੰਡ ਕਾਲਜ ਬਣਾਇਆ ਸੀਗਾ, ਜਿਹੜਾ ਕੱਲਾ ਹੀ ਕਾਲਜ ਕੁੜੀਆਂ ਦਾ ਵਾ। ਉਹ ਗਰਲਜ਼ ਕਾਲਜ ਦੇ ਨਾਲ ਖਾਲਸਾ ਕਾਲਜ ਫੋਰ ਵੂਮੈਨ ਦੇ ਨਾਂ ਤੇ ਮਸ਼ਹੂਰ ਕਾਲਜ ਆ ਸਾਡੇ ਪਿੰਡ ਦਾ। ਨਾਂ ਸਾਡੇ ਪਿੰਡ ਦਾ ਸੀਗਾ ਸਿੱਧਵਾਂ ਖੁਰਦ, ਤੇ ਫਿਰ ਹੁਣ ਉਹ ਕਾਲਜ ਦੇ ਕਰਕੇ, ਕੁੜੀਆਂ ਦੇ ਆਉਣ ਕਰਕੇ ਉਹ ਕਾਲਜ ਵਾਲੀ ਸਿੱਧਵਾਂ ਦੇ ਨਾਂ ਨਾਲ ਮਸ਼ਹੂਰ ਹੋਇਆ ਪਿੰਡ ਆ ਜੀ ਸਿੱਧਵਾਂ ਖੁਰਦ। ਤੇ ਉਹਦੇ ਪਿੰਡ ਦਾ ਦੇ ਵਿੱਚ ਕੁੱਲ ਸਾਡੇ ਪਿੰਡ ਦੀ ਲਗਭਗ 1800 ਵੋਟ ਆ, 1800 ਆਬਾਦੀ ਆ, ਜਿਹਦੇ ਵਿੱਚੋਂ 1200 ਵੋਟ ਆ, ਤੇ 1000 ਕੁ ਵੋਟ ਪੋਲ ਹੁੰਦੀ ਆ ਸਾਡੇ ਪਿੰਡ ਦੀ, ਤੇ 1000 ਕੁ ਏਕੜ ਸਾਡੇ ਪਿੰਡ ਕੋਲ ਜ਼ਮੀਨ ਆ। ਤੇ ਜਾਣੀ ਕਿਸਾਨੀ ਸੰਘਰਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਸਾਡੇ ਪਿੰਡ ਦਾ, ਕਿਉਂਕਿ ਪਿੰਡ ਦੇ ਪੜ੍ਹਿਆ ਲਿਖਿਆ ਹੋਣ ਦੇ ਕਰਕੇ ਸਾਡੇ ਪਿੰਡ ਦੇ ਵਿੱਚ ਜਿਹੜੀਆਂ ਮਾਈਆਂ ਭੈਣਾਂ ਵੀ ਆ ਉਹ ਵੀ ਪੜ੍ਹੀਆਂ ਲਿਖੀਆਂ ਵਾ, ਉਹ ਆਪਦੇ ਪਰਿਵਾਰਾਂ ਨੂੰ ਹੁਣ ਜਾਗਰੂਕ ਕਰਦੀਆਂ ਵੀ ਇਹ ਕੋਈ ਇਹੋ ਜਿਹਾ ਕੰਮ ਨਹੀਂ। ਕਿਉਂਕਿ ਕਈ ਵਾਰੀ ਆਪਾਂ ਕਹਿ ਦਿੰਦੇ ਆ ਉੱਥੇ ਜੀ ਕੰਮ ਗਲਤ ਹੋ ਜਾਣਾ, ਉੱਥੇ ਕੁੱਟ ਕਟਾਪਾ ਹੋ ਜਾਣਾ। ਉਹ ਵਿਦਿਆ ਮਨੁੱਖ ਦਾ ਤੀਜਾ ਨੇਤਰ ਤਾਂ ਹੀ ਕਿਹਾ ਗਿਆ, ਉਹ ਚਾਨਣ ਕਰਕੇ ਉਹ ਕੋਈ ਵੀ ਆਪਦੇ ਪਰਿਵਾਰ ਨੂੰ ਆਉਣ ਲਈ ਉਹ ਨਹੀਂ ਰੋਕਦਾ, ਸਗੋਂ ਆਪਦੇ ਰਿਸ਼ਤੇਦਾਰੀਆਂ 'ਚ ਵੀ ਫੋਨ ਕਰਕੇ ਕਹਿੰਦੇ ਆ ਵੀ ਉੱਥੇ ਜ਼ਰੂਰ ਜਾਓ। ਦੇਖੋ ਰਹੀ ਗੱਲ ਗੌਰਮੈਂਟਾਂ ਦੀ, ਇਹ ਕਹਿੰਦੇ ਅਸੀਂ ਵੀ 2 ਸਾਲ ਲਈ ਪੈਂਡਿੰਗ ਕਰ ਦਿੰਦੇ ਆ। ਇਹਨਾਂ ਨੂੰ ਆਏ ਆ ਵੀ ਇਹ ਜ਼ਿਮੀਂਦਾਰ ਟਿਕ ਜਾਣਗੇ, ਮੁੜ ਜਾਣਗੇ, ਪਰ ਇਹਨਾਂ ਨੂੰ ਭੁਲੇਖਾ ਵਾ, ਕਿਉਂਕਿ ਹੁਣ ਤਾਂ ਅਸੀਂ ਪੱਕੇ ਤੌਰ ਤੇ ਇੱਥੇ ਵਸਨੀਕ ਹੋ ਚੁੱਕੇ ਆ। ਦੇਖੋ ਜੀ, ਹੁਣ ਘੜੂਏ ਪਿੰਡ ਵਾਲੇ ਵੀਰਾਂ ਕੋਲੇ ਦੇਖੋ, ਘੜੂਆ ਹੈਗਾ ਖਰੜ ਦੀ ਬੈਲਟ ਦਾ ਪਿੰਡ, ਅਸੀਂ ਹੈਗੇ ਜਗਰਾਉਂ ਬੈਲਟ ਦਾ ਪਿੰਡ। ਸਾਡੇ ਪਿੰਡਾਂ ਦੇ ਵਿੱਚ ਘੱਟੋ ਘੱਟ 100 ਕਿਲੋਮੀਟਰ ਦਾ ਅੰਤਰ ਆ, ਫਰਕ ਆ ਜੇ ਆਪਾਂ ਦੇਖੀਏ ਡਿਸਟੈਂਸ ਆ। ਤੇ ਇਹ ਕਿਹਨੇ ਚਾਹਤਾ, ਇਹਨਾਂ ਦੇ ਧਰਨੇ ਦਾ ਸਗੋਂ ਸਾਡਾ ਪਿਆਰ ਵਧਾਤਾ। ਆ ਵੀਰਾ ਜਿਹੜਾ ਆਪਣੇ ਬਾਈ ਜੀ, ਉਹਨਾਂ ਨੇ ਪਹਿਲਾਂ ਗੱਲਬਾਤ ਕੀਤੀ ਆ। ਕਈ ਵਾਰੀ ਰਾਤ ਨੂੰ ਵੇਲਾ ਕਿਹੜਾ ਹੋ ਜਾਂਦਾ, ਆੜ ਕੇ ਪੁੱਛਦੇ ਆ ਵੀਰੇ ਦੁੱਧ ਪੀ ਲਿਆ ਕਿ ਨਹੀਂ ਪੀਤਾ, ਤੁਸੀਂ ਇਹ ਦੱਸੋ ਇਹ ਕੀ ਆ। ਅਸੀਂ ਇਹਨੂੰ ਇਹ ਗੱਲ ਨੂੰ ਕਹਿੰਦੇ ਆ 10ਵੇਂ ਪਾਤਸ਼ਾਹ ਦੀ ਇੱਕ ਅਪਾਰ ਕਿਰਪਾ ਵਾ, ਉਹਨਾਂ ਦੀਆਂ ਇਹ ਫੌਜਾਂ ਵਾ, ਉਹਨਾਂ ਦੇ ਸਿੰਘ ਆ, ਕਿਉਂਕਿ 10ਵੇਂ ਪਾਤਸ਼ਾਹ ਹਾਜ਼ਰ ਨਾਜ਼ਰ ਆਪਦੇ ਸਿੰਘਾਂ ਨੂੰ ਦੇਖਭਾਲ ਕਰ ਰਹੇ ਆ। ਤੇ ਰਹੀ ਗੱਲ ਇਹਨਾਂ ਨੂੰ ਜ਼ਮੀਨਾਂ ਖੋਹਣ ਦੀ ਜਾਂ ਜ਼ਮੀਨਾਂ ਤੇ ਇਹੋ ਜਿਹੇ ਪੁੱਠੇ ਸਿੱਧੇ ਕੰਮਾਂ ਬਾਰੇ, ਗੌਰਮੈਂਟਾਂ ਜਿਹੜੀਆਂ ਉਹਦੇ ਬਿੱਲ ਬਣਾਉਂਦੀਆਂ, ਇਹਨਾਂ ਨੂੰ ਸਮਝਣਾ ਚਾਹੀਦਾ। ਸਾਡੇ ਗੁਰੂ ਸਾਹਿਬ ਨੇ 10ਵੇਂ ਪਾਤਸ਼ਾਹ ਨੇ ਕਿਤੇ ਜੋੜਾ ਲਾਤਾ, ਅਸੀਂ ਤਾਂ ਕਦੇ ਉਹ ਨਹੀਂ ਕਿਤੇ ਇੱਧਰ ਉੱਧਰ ਹੋਣ ਦਿੱਤਾ, ਉਹ ਸਾਂਭ ਲਿਆ। ਸਾਡੇ ਮੁਸਲਮਾਨ ਭਾਈਚਾਰੇ ਨੇ ਉਹਨਾਂ ਦਾ ਕੰਘਾ ਸਾਂਭ ਲਿਆ। ਰਾਏਕੋਟ ਦੀ ਧਰਤੀ ਤੇ ਉਹਨਾਂ ਨੇ ਅਵਸਰ ਝੋਟੀ ਚੋਲੀ, ਉਹ ਗੰਗਾ ਸਾਗਰ ਹਲੇ ਤੱਕ ਸਾਂਭੀ ਬੈਠੇ ਆ।
ਤੇ ਇਹ ਤਾਂ ਉਹਨਾਂ ਦੇ ਬਚਨਾਂ ਨੇ ਸਾਨੂੰ ਜ਼ਮੀਨਾਂ ਬਖਸ਼ੀਆਂ ਵਾ, ਸਾਨੂੰ ਸਰਦਾਰੀਆਂ ਬਖਸ਼ੀਆਂ। ਇਹਦਾ ਗਵਰਨਮੈਂਟ ਦਾ ਮੈਂ ਭੁਲੇਖਾ ਵਾ, ਇਹ ਭੁੱਲ ਜਾਣੇ ਵਰ ਕੇ ਪਾੜ ਦੇਣ, ਕਿਉਂਕਿ ਅਸੀਂ ਮਰਨਾ ਮਨਜ਼ੂਰ ਕਰ ਲਾਂਗੇ ਪਰ ਝੁਕਣਾ ਨਹੀਂ। ਜਿੱਤਾਂਗੇ ਜਾਂ ਮਰਾਂਗੇ, ਬਸ ਗੱਲਾਂ ਦੋ ਹੀ ਆ ਜੀ। ਜਿਵੇਂ ਵੀਰੇ ਨੇ ਕਿਹਾ ਕਿ 100 ਕਿਲੋਮੀਟਰ ਦਾ ਫਰਕ ਹੈ, ਪਰ ਹੁਣ ਜਿਹੜੀਆਂ ਦਿਲਾਂ ਦੇ ਵਿੱਚ ਜਿਹੜੀ ਸਾਂਝ ਪਈ ਹੈ ਉਹ ਇੰਨੀ ਕੁ ਗੂੜੀ ਹੋ ਗਈ ਆ ਕਿ ਇਹ ਲੰਮੇ ਸਮੇਂ ਤੱਕ ਜਿਹੜੀ ਹੈ ਨਿਭਾਈ ਜਾਊਗੀ। ਕਿਉਂਕਿ ਜਿਹੜੇ ਪੰਜਾਬੀ ਆ ਜਦੋਂ ਕਿਸੇ ਨਾਲ ਦੋਸਤੀ ਪਾਉਂਦੇ ਆ, ਸਾਂਝ ਪਾਉਂਦੇ ਆ, ਰਿਸ਼ਤਾ ਪਾਉਂਦੇ ਆ, ਤਾਂ ਉਹਨੂੰ ਪੀੜ੍ਹੀਆਂ ਤੱਕ ਨਿਭਾਇਆ ਜਾਂਦਾ। ਵੀਰ ਜੀ, ਤੁਹਾਨੂੰ ਲੱਗਦਾ ਪਿੰਡਾਂ ਦੇ ਵਿੱਚ ਸਿਆਸੀ ਪਾਰਟੀਆਂ ਸਾਨੂੰ ਨਿੱਕੀ ਨਿੱਕੀ ਗੱਲ ਤੇ ਲੜਾਉਂਦੀਆਂ ਰਹੀਆਂ, ਭਰਾ ਭਰਾ ਦੇ ਦੁਸ਼ਮਣ ਬਣਾਤਾ। ਹੁਣ ਇਸ ਸੰਘਰਸ਼ ਦੇ ਵਿੱਚੋਂ ਜਿਹੜੀ ਤੁਸੀਂ ਸਭਿਆ ਆਪਣੇ ਭਾਈਚਾਰਕ ਸਾਂਝ ਦੀ ਗੱਲ ਕੀਤੀ ਆ, ਹਜੇ ਵੀ ਕਈ ਪਿੰਡ ਮਤਲਬ ਜਕੜੇ ਹੋਏ ਆ ਨਿੱਜੀ ਪਾਰਟੀਆਂ ਦੇ ਨਾਲ, ਜਾਂ ਕਹਿ ਦਈਏ ਖੇਤਰੀ ਪਾਰਟੀਆਂ ਹਜੇ ਵੀ ਜੁੜੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਅਸੀਂ ਪਹਿਲਾਂ ਵੀ ਕਹੀ ਆ ਵੀ ਵਿਦਿਆ ਮਨੁੱਖ ਦਾ ਜਿਹੜਾ ਤੀਜਾ ਨੇਤਰ ਆ, ਉਹ ਇਹ ਨਹੀਂ ਵੀ ਮੱਥੇ 'ਚ ਕੋਈ ਅੱਖ ਖੁੱਲ੍ਹ ਜਾਣੀ ਆ। ਉਹਦਾ ਮਤਲਬ ਇਹ ਆ ਵੀ ਇਹ ਵੀ ਹਨੇਰਾ ਚੀਰਨ ਕੇ ਲਈ ਕਹਿੰਦੇ ਇੱਕ ਹਿੰਦੀ ਦਾ ਸ਼ਬਦ ਆ ਵੀ ਕਾਫੀ ਇੱਕ ਕਿਰਨ ਕਾਫੀ ਹੋਤੀ ਹੈ। ਮੰਨ ਲਓ ਵੀ ਇੱਕ ਸੀਖ ਨੇ ਬਹੁਤ ਚਾਨਣ ਕਰ ਦੇਣਾ, ਹਨੇਰੇ ਦੇ ਵਿੱਚ ਦਿਖ ਜਾਣੀ ਆ। ਤਾਂ ਕਰਕੇ ਹੁਣ ਜਿਵੇਂ ਆ ਮੰਨ ਲਓ ਆ ਬਾਪੂ ਜੀ ਖੜੇ ਆ, ਰਾਤ ਇਹਨਾਂ ਨੇ ਮੈਨੂੰ ਰਾਤ ਕਿਹਾ, ਕਹਿੰਦੇ ਵੀ ਆਹ ਇੱਧਰੋਂ ਸਬਜ਼ੀ ਪਾ ਲਾ। ਦੱਸੋ ਇਹ ਪਰੋਂ ਉੱਠ ਕੇ ਇਹ ਕਹਿਣ ਆਇਆ, ਕਾਰਨ ਕੀ? ਵੀ ਇਹ ਸਾਡਾ ਇਹ ਤਾਂ ਪਿਆਰ ਦੀ ਗੱਲ ਆ, ਵੀ ਪਿਆਰ ਇੰਨਾ ਵੱਧ ਚੁੱਕਿਆ। ਦੂਜੇ ਨੰਬਰ ਦੀ ਗੱਲ ਇਹ ਆ ਵੀ ਜਿਹੜਾ ਇਹਨਾਂ ਨੂੰ ਆਪਣੇ ਆਹ ਤੁਸੀਂ ਸਵਾਲ ਕੀਤਾ ਵਾ ਸਾਡੇ ਨਾਲ ਬਈ ਇਹ ਗੌਰਮੈਂਟਾਂ ਦਾ ਬਈ ਆਹ ਹਾਂ ਬਈ ਆਹ ਸਿਆਸੀ ਪਾਰਟੀਆਂ ਦਾ ਬਾਈ ਹੁਣ ਕੋਈ ਮਤਲਬ ਨਹੀਂ ਰਿਹਾ, ਕਿਉਂਕਿ ਗੱਲ ਹੁਣ ਹੋਂਦ ਦੀ ਆ ਗਈ ਆ। ਹੁਣ ਹਲੇ ਵੀ ਪਰ ਕਈ ਬੰਦੇ ਗੱਲਾਂ ਕਰਦੇ ਆ, ਉਹਨਾਂ ਨੂੰ ਇਹ ਭੁਲੇਖੇ ਉਹਨਾਂ ਦੇ ਨਿਕਲ ਜਾਣਗੇ ਜੇ ਕਿਤੇ ਰੱਬ ਨਾ ਕਰੇ ਕੋਈ 19-21 ਹੋ ਗਈ। ਇਹਨਾਂ ਦੇ ਮੁੜ ਕੇ ਕਹਿੰਦੇ ਵੀ ਨਾਈਆ ਵਾਲ ਕਿੱਡੇ ਕਿੱਡਿਆ, ਕਹਿੰਦਾ ਮਿੰਟ ਬਹਿ ਜਾ 10 ਤੇਰੇ ਮੂਹਰੇ ਡਿੱਗਣੇ ਆ। ਇਹਨਾਂ ਨੂੰ ਬਹੁਤ ਪਛਤਾਵੇ ਹੋਣੇ ਆ। ਤੇ ਰਹੀ ਗੱਲ ਇੱਕ ਪਿਆਰ ਦੀ, ਆ ਘੜੂਏ ਪਿੰਡ ਦੀ ਗੱਲ ਆ, ਦੋ ਬਜ਼ੁਰਗ ਜਿਨ੍ਹਾਂ ਦਾ ਆਪਸ ਦੇ ਵਿੱਚ ਬਹੁਤ ਟਾਈਮ ਤੋਂ ਕਹਿੰਦੇ ਕੇਸ ਚੱਲਦਾ ਸੀਗਾ, ਇੱਥੇ ਸੁਣਨ ਨੂੰ ਮਿਲੀ ਆ। ਤੇ ਉਹਨਾਂ ਨੇ ਜਾ ਕੇ ਉਹ ਕਹਿੰਦੇ ਅਸੀਂ ਪਹਿਲੇ ਨੰਬਰ ਤੇ ਤਾਂ ਆਪਦਾ ਕੇਸ ਵਾਪਸ ਲੈਣਾ, ਕਾਰਨ ਕਿ ਉਹਨਾਂ ਦੀਆਂ ਅੱਖਾਂ ਤੋਂ ਪੱਟੀਆਂ ਖੁੱਲ੍ਹ ਚੁੱਕੀਆਂ ਵਾ ਵੀ ਆ ਜਿਹੜੀਆਂ ਸਿਆਸੀ ਧਿਰਾਂ ਦੇ ਪਿੱਛੇ ਲੜਦੇ ਸਭ ਹਟ ਗਏ। ਤੇ ਇੱਕ ਗੱਲ ਇਹ ਆ, ਕਈ ਬੰਦੇ ਹੈ ਨਾ ਇੱਥੇ ਸਾਡੇ ਆ ਜਾਂਦੇ ਆ, ਕੋਈ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਜੁੜਿਆ ਹੋਇਆ ਸਕਦਾ, ਇੱਕ ਵੀ ਬੰਦਾ ਬਾਂਹ ਖੜੀ ਕਰਕੇ ਇਹ ਨਹੀਂ ਕਹਿ ਸਕਦਾ ਵੀ ਮੈਂ ਵੋਟ ਨਹੀਂ ਪਾਈ, ਕਿਉਂਕਿ ਜਿਹੜਾ ਸਾਡਾ ਪੇਂਡੂ ਖੇਤਰ ਆ, ਵੋਟਾਂ ਦਾ ਕੰਮ ਆ, ਉਹਨਾਂ ਦਾ ਕਿਸੇ ਪੋਲੀਟੀਕਲ ਪਾਰਟੀ ਨਾਲ ਕੋਈ ਮਤਲਬ ਨਹੀਂ ਹੁੰਦਾ। ਉਹਨਾਂ ਦਾ ਆਪਦੇ ਪਿੰਡ ਦੇ ਹੁੰਦਾ ਵੀ ਉਹਨੂੰ ਡਾਊਨ ਕਰਨ ਲਈ ਦੂਜੇ ਨੂੰ ਵੋਟ ਸਿੱਟਣੀ ਆ। ਉਹਨੂੰ ਜੈਲਸ ਦੇ ਮਾਰਿਆਂ ਨੇ ਦੂਜੇ ਦੇ ਮੂਹਰੇ ਝੰਡਾ ਚੱਕ ਕੇ ਗੇੜਾ ਦੇਣਾ ਹੁੰਦਾ। ਸਾਨੂੰ ਕੋਈ ਮਤਲਬ ਨਹੀਂ ਪੋਲੀਟੀਕਲ ਪਾਰਟੀਆਂ ਦਾ ਮਤਲਬ ਤਾਂ ਅਸੀਂ ਤਾਂ ਕਹੀਏ ਵੀ ਅਸੀਂ ਧਰਨਾ ਕੋਈ ਲਾਇਆ ਹੋਇਆ ਆਪਦੇ ਪਿੰਡ ਲਈ ਵੀ ਆਹ ਸਾਡੇ ਪਿੰਡ ਨੂੰ ਹੱਕ ਆ, ਆਹ ਸਾਡੇ ਪੰਜਾਬ ਨੂੰ ਹੱਕ ਆ। ਅਸੀਂ ਤਾਂ ਆਪਦੇ ਯਾਰ ਪਿੰਡ ਦੇ ਬੰਦਿਆਂ ਨੂੰ ਦੂਜੇ ਨੂੰ ਹਨਾ ਡਾਊਨ ਕਰਨ ਲਈ ਝੰਡਾ ਚੱਕ ਕੇ ਉਹਦੇ ਮੂਹਰੇ ਗੇੜੇ ਮਾਰ ਦਿੰਦੇ ਆ। ਕਈ ਵਾਰੀ ਸਾਡਾ ਤਾਂ ਵੋਟਾਂ ਦਾ ਪੱਧਰ ਹੀ ਇੰਨਾ ਕੀ ਆ, ਬਸ ਕੋਈ ਬਾਲਾ ਨਹੀਂ ਹੈਗਾ ਪਿੰਡ ਵਾਲਿਆਂ ਦਾ ਜੇ ਕਹੀਏ। ਤੇ ਹੁਣ ਇਹਨਾਂ ਦੀਆਂ ਅੱਖਾਂ ਤੋਂ ਪੱਟੀਆਂ ਖੁੱਲ੍ਹ ਰਹੀਆਂ ਵਾ। ਬਹੁਤ ਬੰਦੇ ਮਿਲਿਆ ਮੈਨੂੰ, ਕਈ ਬਜ਼ੁਰਗ ਇਹੋ ਜਿਹੇ ਮਿਲਿਆ ਜਿਹੜੇ ਕਹਿੰਦੇ ਅਸੀਂ ਜਾਣ ਸਰ ਪਹਿਲੇ ਨੰਬਰ ਤੇ ਕੇਸ ਵਾਪਸ ਕਰਨਾ। ਮੈਂ ਇੱਕ ਬਜ਼ੁਰਗ ਮੈਨੂੰ ਮਿਲੇ ਇੱਧਰ ਆਪਣੇ ਮੋਗੇ ਬਾਘੇ ਪੁਰਾਣੇ ਹਲਕੇ ਦੇ, ਮੈਂ ਕਿਹਾ ਜੀ ਫਿਰ ਉਹਦਾ ਤੁਸੀਂ ਵੀ ਇੰਨਾ ਖਰਚਾ ਕੀਤਾ, ਉਹਦਾ ਹੁਣ ਕੀ ਸਿੱਟਾ ਕੱਢਿਆ ਤੁਸੀਂ? ਕਹਿੰਦੇ ਸਿੱਟਾ ਅਸੀਂ ਮੌਰਲ ਹੀ ਕੱਢਿਆ ਵਾ ਬਈ ਹੁਣ ਅਸੀਂ ਜਾ ਕੇ ਜਿਹੜਾ ਕੇਸ ਤੇ ਖਰਚਾ ਖੁਰਚਾ ਹੋ ਗਿਆ ਤਾਂ ਹੋਇਆ ਨਿਬੜਿਆ, ਹੁਣ ਅਸੀਂ ਇੱਕ ਕਹਿੰਦੇ ਵੱਡੀ ਵੇਲ ਬਣਾਵਾਂਗੇ, ਭਾਂਡਿਆਂ ਦੀ ਵੇਲ ਆਪਣੇ, ਤੇ ਉਹਨੂੰ ਸਾਂਝੇ ਥਾਂ ਰੱਖਾਂਗੇ। ਮੰਨ ਲਓ ਕਹਿੰਦੇ ਜਿਵੇਂ ਹੁਣ ਸਾਨੂੰ ਇੱਥੇ ਆ ਕੇ ਮਹਿਸੂਸ ਹੋਇਆ ਵੀ ਜਿੰਨੇ ਅਸੀਂ ਕੇਸਾਂ ਦੇ ਪੈਸੇ ਬਰਬਾਦ ਕਰ ਲਏ, ਕੋਈ ਇਹੀ ਚੱਜ ਦੀ ਵੇਲ ਬਣਾਈ ਹੁੰਦੀ, ਅੱਜ ਪੱਕੀਆਂ ਥਾਲੀਆਂ ਜਿੱਥੇ ਖਾਂਦੇ, ਪੱਕੇ ਦੇਗੇ ਹੁੰਦੇ, ਨਹਾਉਣ ਨੂੰ ਅੱਡ ਟੱਬ ਰੱਖੇ ਹੁੰਦੇ ਸਾਡੇ। ਕਹਿੰਦੇ ਹੁਣ ਅਸੀਂ ਉਹ ਵੇਲਾਂ ਬਣਾਵਾਂਗੇ ਤੇ ਇਹੋ ਜਿਹੇ ਸੰਘਰਸ਼ਾਂ ਲਈ ਤੱਤਪਰ ਰਵਾਂਗੇ। ਤੁਸੀਂ ਸੁਣਿਆ ਨੌਜਵਾਨਾਂ ਨੇ ਕਿਹਾ ਕਿ ਇਸ ਸੰਘਰਸ਼ ਦੇ ਵਿੱਚੋਂ ਸਾਡੀ ਭਾਈਵਾਲਕ ਜਿਹੜੀ ਸਾਂਝ ਹੈ ਉੱਭਰ ਕੇ ਸਾਹਮਣੇ ਆਈ ਹੈ। ਉਦਾਹਰਨ ਦਿੱਤੀ ਬਜ਼ੁਰਗਾਂ ਨੇ ਆਪਣੇ ਕੇਸ ਆ ਜਿਹੜੇ ਉਹ ਵਾਪਸ ਲੈਣ ਦੀ ਜਿਹੜੀ ਠਾਣੀ ਹੋਈ ਆ। ਜਦੋਂ ਇੱਥੋਂ ਜਿੱਤ ਕੇ ਵਾਪਸ ਜਾਣਗੇ, ਨਿੱਕੀਆਂ ਨਿੱਕੀਆਂ ਲੜਾਈਆਂ ਅਸੀਂ ਕਰਦੇ ਰਹੇ, ਅਸੀਂ ਦੁਸ਼ਮਣ ਬਣ ਗਏ, ਭਰਾ ਦੇ ਦੁਸ਼ਮਣ ਬਣ ਗਏ, ਗਵਾਂਢ ਦੇ ਦੁਸ਼ਮਣ ਬਣ ਗਏ, ਪਿੰਡ ਦੇ ਵਿੱਚ ਵੈਰ ਪਾਏ ਸੀ, ਕੇਸ ਚੱਲ ਰਹੇ ਸੀ, ਉਹ ਕੇਸ ਵਾਪਸ ਲਏ ਜਾਣਗੇ। ਇੱਕ ਵੱਡੀ ਜਿਹੜੀ ਸੱਭਿਆਚਾਰਕ ਸਾਂਝ ਆ, ਭਾਈਚਾਰਕ ਸਾਂਝ ਆ, ਉਹ ਨਿਕਲ ਕੇ ਸਾਹਮਣੇ ਆਈ ਆ। ਅਸੀਂ ਇਸ ਚੈਨਲ ਦੇ ਮਾਧਿਅਮ ਰਾਹੀਂ ਕਿਸਾਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਤੱਕ ਵੀ ਗੱਲ ਪਹੁੰਚਾਉਂਦੇ ਹਾਂ ਜਿਹੜੇ ਹਜੇ ਤੱਕ ਘਰਾਂ ਦੇ ਵਿੱਚ ਬੈਠੇ ਨੇ, ਜਿਹੜੇ ਸੋਚ ਰਹੇ ਨੇ ਜਾਈਏ ਕਿ ਨਾ ਜਾਈਏ। ਇਹ ਸਿਰਫ ਇੱਕ ਕਿਸਾਨੀ ਸੰਘਰਸ਼ ਨਹੀਂ, ਇਹ ਤੋਂ ਸਿੱਖਣ ਦੀ ਵੀ ਬਹੁਤ ਲੋੜ ਹੈ। ਇਹ ਤੋਂ ਸਿੱਖਣ ਦੀ ਲੋੜ ਹੈ ਸਾਡੀ ਸਾਂਝ, ਇਹ ਤੋਂ ਸਿੱਖਣ ਦੀ ਲੋੜ ਹੈ ਸਾਡੀ ਭਾਈਚਾਰਕ ਏਕਤਾ, ਕਿਉਂਕਿ ਇਹ ਜਿਹੜਾ ਅੰਦੋਲਨ ਹੈ ਇਹ ਵਿਸ਼ਵ ਵਿਆਪੀ ਬਣ ਚੁੱਕਿਆ। ਪੂਰੀ ਵਿਸ਼ਵ ਦੀ ਜਿਹੜੀ ਨਜ਼ਰ ਇਸ 'ਤੇ ਆ। ਸਾਨੂੰ ਇੱਥੋਂ ਸਿੱਖਣ ਦੀ ਲੋੜ ਆ, ਸਾਨੂੰ ਹਾਜ਼ਰੀ ਲਵਾਉਣ ਦੀ ਲੋੜ ਹੈ। ਬਾਈ ਜੀ ਕੀ ਨਾਮ ਹੈ? ਮੇਰਾ ਨਾਮ ਅਮਨਪ੍ਰੀਤ ਸਿੰਘ ਹੈ ਜੀ। ਬਾਈ ਜੀ ਪਿੰਡ ਕਿਹੜਾ? ਪਿੰਡ ਸਾਡਾ ਬਰੌਲੀ ਹੈ ਜੀ, ਖਰੜ ਬਲਾਕ ਦੇ ਵਿੱਚ ਹੈ ਜੀ, ਘੜੂਏ ਵਾਲੇ ਵੀਰਾਂ ਦੇ ਨਾਲੇ ਸਾਡਾ ਪਿੰਡ ਹੈ ਜੀ। ਪਿੰਡ ਬਾਰੇ ਥੋੜਾ ਜਿਹਾ ਦੱਸੋ, ਪਿੰਡ ਦਾ ਸਹਿਯੋਗ ਕਿੰਨਾ ਕੁ ਹੈ ਕਿਸਾਨੀ ਸੰਘਰਸ਼ ਦੇ ਲਈ? ਸਾਡੇ ਪਿੰਡ ਦਾ ਸਹਿਯੋਗ ਮਤਲਬ ਆਪਣੇ ਤੌਰ ਤੇ ਜਿੰਨਾ ਵੀ ਅਸੀਂ ਦੇ ਸਕਦੇ ਹਾਂ ਜੀ। ਬਾਕੀ ਮੂਹਰੇ ਆਪਣੇ ਘੜੂਏ ਵਾਲੇ ਵੀਰ ਲੱਗੇ ਹੋਏ ਨੇ, ਆਪਣੇ ਪਿੰਡ ਵੱਲ ਤੇ ਜਿੰਨਾ ਵੀ ਸਹਿਯੋਗ ਅਸੀਂ ਦੇ ਰਹੇ ਹਾਂ ਜੀ, ਉਹਦੇ ਨਿਰੰਤਰ ਸੇਵਾਵਾਂ ਚੱਲ ਰਹੀਆਂ ਜੀ ਸੰਗਤ ਵਾਸਤੇ। ਹਰ ਪਿੰਡ ਦੇ ਵਿੱਚੋਂ ਕੁਝ ਲੋਕ 7 ਸਮੁੰਦਰਾਂ ਤੋਂ ਪਾਰ ਵਸਦੇ ਆ, ਇਹ ਪ੍ਰੋਗਰਾਮ ਨੂੰ ਲਾਈਵ ਦੇਖ ਰਹੇ ਆ। ਜੇ ਆਪਾਂ NRI ਵੀਰਾਂ ਦੀ ਗੱਲ ਕਰੀਏ, ਕਿਹੋ ਜਿਹਾ ਸਹਿਯੋਗ ਦੇ ਰਹੇ ਨੇ? NRI ਵੀਰਾਂ ਦਾ ਸਹਿਯੋਗ ਦਾ ਮਤਲਬ ਕੋਈ ਉਹਨਾਂ ਨੇ ਕਸਰ ਛੱਡੀ ਹੋਈ ਨਹੀਂ ਹੈ ਕਿਸੇ ਤਰ੍ਹਾਂ ਦੀ ਵੀ, ਚਾਹੇ ਆਪਣਾ
ਹਰ ਤਰ੍ਹਾਂ ਦਾ ਪਿੰਡ ਦੇ ਵਿੱਚ ਤੇ ਕਿਸੇ ਨੂੰ ਭੇਜਣਾ ਹੋਵੇ ਟਰਾਲੀਆਂ ਵਾਸਤੇ ਆਪਣਾ ਪੂਰਾ ਯੋਗਦਾਨ ਪਾ ਰਹੇ ਹਾਂ ਵੀ ਵੱਧ ਤੋਂ ਵੱਧ ਆਪਣੇ ਉਰੇ ਮੋਰਚੇ ਵਿੱਚ ਆਪਣੇ ਕਿਸਾਨ ਭਰਾ ਸ਼ਾਮਲ ਹੋਣ। ਕਿਸੇ ਤਰ੍ਹਾਂ ਦੀ ਕੋਈ ਉਹਨਾਂ ਨੇ ਆਪਣੀ ਕੋਈ ਤੋੜ ਨਹੀਂ ਛੱਡੀ ਜੀ ਸੰਘਰਸ਼ ਵਾਸਤੇ, ਹਰ ਤਰ੍ਹਾਂ ਨਾਲ ਆਪਣੀ ਹਿੱਸੇਦਾਰੀ ਉਹ ਪਾ ਰਹੇ ਹੈ ਕਿਉਂਕਿ ਵਿਦੇਸ਼ਾਂ ਦੇ ਵਿੱਚ ਬੈਠੇ ਆ, ਉੱਥੇ ਉਹਨਾਂ ਦੀ ਕਿਹੜੀ ਤੜਫ ਆ, ਉਹਨਾਂ ਦਾ ਜ਼ਮੀਰ ਆ ਜਿਹੜੀ ਕਿ ਆਪਣਾ ਭਾਵਨਾ ਜੁੜੀ ਹੋਈ ਹੈ ਉਹ ਤੜਫ ਰਹੇ ਆ। ਬੇਸ਼ੱਕ ਉੱਥੇ ਬੈਠੇ ਆ ਕਿ ਹੁਣ ਕਰੋਨਾ ਕਾਲ ਕਰਕੇ ਥੋੜੀ ਜਿਹੀ ਦਿੱਕਤ ਆ ਗਈ, ਨਹੀਂ ਤਾਂ ਆਪਣੇ ਜਹਾਜ਼ ਭਰ ਕੇ ਇੱਥੇ 에ਅਰਪੋਰਟ ਨੂੰ ਸਾਹ ਨਹੀਂ ਸਹੀ ਆਉਣਾ। ਹਾਂਜੀ ਵੀਰ ਜੀ ਗੱਲ ਕਰਦੇ ਆ 26 ਤਰੀਕ ਵਾਲੇ ਪ੍ਰੋਗਰਾਮ ਦੀ। ਬਹੁਤ ਸਾਰੇ ਟੀਵੀ ਚੈਨਲਾਂ ਤੇ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕ ਐਂ ਕਹਿ ਰਹੇ ਕਿ 26 ਤਰੀਕ ਨੂੰ ਅਸੀਂ ਝੰਡਾ ਚੜਾ ਦੇਣਾ, 26 ਤਰੀਕ ਨੂੰ ਅਸੀਂ ਲਾਲ ਕਿਲੇ ਤੇ ਕਬਜ਼ਾ ਕਰ ਲੈਣਾ। ਤੁਹਾਨੂੰ ਲੱਗਦਾ ਕਿ ਇਸ ਤਰੀਕੇ ਨਾਲ ਸਾਨੂੰ ਭੜਕਾਟ ਦੇ ਵਿੱਚ ਆ ਕੇ ਕੋਈ ਸਪੀਚ ਦੇਣੀ ਚਾਹੀਦੀ ਹੈ, ਕੋਈ ਸਾਨੂੰ ਇਦਾਂ ਦਾ ਬੋਲਣਾ ਚਾਹੀਦਾ ਜਿਹਦੇ ਨਾਲ ਇਹ ਅੰਦੋਲਨ ਨੂੰ ਢਾਹ ਲੱਗ ਸਕਦੀ? ਅਸੀਂ ਪਹਿਲੇ ਦਿਨ ਤੋਂ ਇਹ ਆਪਣੇ ਭਰਾਵਾਂ ਨੂੰ ਬੇਨਤੀਆਂ ਕਰਦੇ ਆਂ ਬਈ ਆਈਟੀ ਸੈੱਲ ਇਨਫੋਰਮੇਸ਼ਨ ਟੈਕਨੋਲੋਜੀ ਕਹਿ ਦਿੰਦੇ ਇਹਨੂੰ, ਆਪਣੇ ਮੁੰਡਿਆਂ ਨੇ ਕਿੰਨਿਆਂ ਨੇ ਬੀਟੈਕਾਂ ਕੀਤੀਆਂ ਆਈਟੀ ਦੇ ਵਿੱਚ, ਤੇ ਇਹ ਜਿਹੜੀ ਟ੍ਰੇਡ ਆ ਇਹਦਾ ਕੰਮ ਹੁੰਦਾ ਵਾ ਇੱਕ ਗਲਤ ਚੀਜ਼ ਪੋਸਟ ਕਰ ਦੇਣੀ ਆ। ਇਹਨਾਂ ਨੇ ਵੱਡੇ ਪੇਜ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਹੋਰ ਸੋਸ਼ਲ ਸਾਈਟਾਂ ਤੇ ਇਹਨਾਂ ਨੇ ਹੈਕ ਕੀਤੇ ਹੁੰਦੇ ਆ, ਉਹਨਾਂ ਨੇ ਇੱਕ ਸ਼ੋਸ਼ਾ ਛੱਡ ਦੇਣਾ। ਸਾਡੇ ਬੰਦੇ ਕੀ ਆ ਜਜ਼ਬਾਤੀ, ਉਹਨਾਂ ਨੇ ਅਸੀਂ ਯਾਰ ਅਸੀਂ ਇੱਥੇ ਝੰਡੇ ਚੜਾ ਕੇ ਫੇਰ ਆਪਾਂ ਨੂੰ ਕੋਈ ਫਾਇਦਾ ਹੋ ਜੂ ਇਹ ਗੱਲਾਂ ਦਾ? ਇਹ ਬੇਹੂਦਾ ਗੱਲਾਂ ਸਾਡੇ ਭਰਾ ਨਹੀਂ ਕਰਦੇ। ਕਾਰਨ ਕੀ, ਸਾਡੇ ਹੱਥ 'ਚ ਸੋਸ਼ਲ ਮੀਡੀਆ ਦਾ ਫੋਨ ਹੈਗਾ ਪਰ ਸਾਡੇ ਬੰਦੇ ਭੋਲੇ ਆ ਵਿਚਾਰੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਅਸੀਂ ਕੀ ਸ਼ੇਅਰ ਕਰਨਾ। ਕਈ ਵਾਰੀ ਸਾਡੇ ਬੰਦੇ ਜਜ਼ਬਾਤੀ ਹੋ ਜਾਂਦੇ, ਉਹਨਾਂ ਨੂੰ ਕੋਈ ਨਹੀਂ ਸੋਚਦਾ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਖਾਣੀ ਕਿੱਧਰੋਂ ਗੱਲ ਜਾ ਜਾਂਦੀ ਆ, ਖਾਲਿਸਤਾਨ ਜਿੰਦਾਬਾਦ। ਉਹ ਕਾਰਨ ਇਹ ਨਿੱਕੀਆਂ ਗੱਲਾਂ ਉਹਨਾਂ ਨੂੰ ਵਿਚਾਰਿਆਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹਨਾਂ ਦਾ ਰਿਜ਼ਲਟ ਕੀ ਨਿਕਲਣਾ, ਤੇ ਉਹ ਆਈਟੀ ਸੈੱਲ ਉਹਨਾਂ ਦੀਆਂ ਚਾਲਾਂ ਦੇ ਵਿੱਚ ਆਪਣੇ ਬੰਦੇ ਭੋਲੇ ਹੋਣ ਕਰਕੇ ਆ ਜਾਂਦੇ ਆ, ਭੋਲੇ ਵਾਲੇ ਆਪਣੇ ਬੰਦੇ। ਤੇ ਰਹੀ ਗੱਲ, ਅਸੀਂ ਇੱਕ ਇੱਥੋਂ ਇਹ ਵੀ ਅੱਜ ਤੁਹਾਡੇ ਚੈਨਲ ਤੇ ਸੁਨੇਹਾ ਦਿੰਦੇ ਆ ਵੀ ਜਿਹੜੇ ਕਈ ਆਪਣੇ ਸਟੇਜ ਦੇ ਉੱਤੇ ਬੁਲਾਰੇ ਆ ਬੇਹੂਦਾ ਬਿਆਨ ਦਿੰਦੇ ਆ, ਚੜੂਨੀ ਸਾਹਿਬ ਓਏ ਤੁਸੀਂ ਉਹਨਾਂ ਦਾ ਸੰਘਰਸ਼ ਦੇ ਵਿੱਚ ਹੱਕ ਦੇਖੋ ਤਾਂ ਸਹੀ ਬਾਈ, ਉਹ ਬੰਦੇ ਦੇ ਕੰਮ, ਕਿਉਂਕਿ ਬੰਦੇ ਦੀ ਪਹਿਚਾਣ ਉਹਦੇ ਕੰਮ ਕਰਾਉਂਦੇ ਆ, ਨਾ ਕਿ ਉਹਦੇ ਪੈਸਾ ਕਰਾਉਂਦਾ, ਨਾ ਉਹਦਾ ਕੋਈ ਮੰਨ ਲਓ ਵੀ ਉਹਦਾ ਕਾਰੋਬਾਰ ਕਰਾਉਂਦਾ, ਉਹਦੇ ਬੰਦੇ ਦੇ ਕੰਮਾਂ ਨੇ ਹੀ ਬੰਦੇ ਦੀ ਪਹਿਚਾਣ ਕਰਾਉਣੀ ਆ। ਇਹਨਾਂ ਨੇ ਹਨਾ ਬੇਹੂਦਾ ਬਿਆਨ ਦਿੱਤਾ, ਅਸੀਂ ਐਂ ਕਰਤਾ, ਦੇਖੋ ਕਿੰਨੇ ਵੱਡੇ ਪੱਧਰ ਤੇ ਇਹਨਾਂ ਨੂੰ ਤਾਂ ਹਨਾ ਮੈਂ ਹੁਣ ਕੀ ਕਹਿਣਾ, ਅਸੀਂ ਸ਼ਬਦਾਵਲੀ ਮਾੜੀ ਵਰਤਣੀ ਨਹੀਂ ਚਾਹੁੰਦੇ ਆਪਦੇ ਬੰਦਿਆਂ ਖਿਲਾਫ ਵੀ। ਇਹ ਪਹਿਲੇ ਨੰਬਰ ਤੇ ਤਾਂ ਇਹ ਰੱਬ ਵਾਲੀਆਂ ਗੱਲਾਂ ਤੋਂ ਹੀ ਬਾਹਰ ਆ ਜੀ। ਅਗੇ ਰੱਬ ਕੀ ਆ, ਹੁਣ ਜੇ ਰੱਬ ਕੀ ਆ, ਹੁਣ ਇਹਨਾਂ ਨੂੰ ਕਵੇ ਵੀ ਬੂਥਾ 10 ਮਿੰਟ ਬੰਦ ਕਰ ਦਿਓ, ਸਾਹ ਲੈ ਕੇ ਦਿਖਾਓ, ਤਾਂ ਉਹਦੀ ਕੁਦਰਤ ਦੇ ਨਾਲ ਖੇਲਦੇ ਆ, ਉਹਦੇ ਬਣਾਏ ਹੋਏ ਸਰੀਰਾਂ ਦੇ ਵਿੱਚ ਤੁਰੇ ਫਿਰਦੇ ਆ, ਉਹ ਮਿੱਟੀ ਦੇ ਭਾਂਡਿਆਂ ਦੇ ਵਿੱਚ, ਤੇ ਇਹਨਾਂ ਨੇ ਬੇਹੂਦਾ ਬਿਆਨ ਦਿੱਤਾ। ਹੁਣ ਸਾਨੂੰ ਹਰੇਕ ਤੀਏ ਦਿਨ ਹਰਿਆਣੇ ਦੇ ਬੰਦੇ ਆਉਂਦੇ ਆ ਵਿਚਾਰੇ, ਦੁੱਧ ਦੇ ਕੇ ਜਾਂਦੇ ਆ, ਇਹ ਫੁੱਦੂ ਜਿਹਾ ਬਿਆਨ ਦਿੰਦੇ ਆ, ਇਹਨਾਂ ਨੇ ਤਾਂ ਸਾਡੀ ਚਾਹ ਬੰਦ ਕਰਾ ਦੇਣੀ ਆ ਜਿਹੇ ਜਿਹੇ ਇਹਨਾਂ ਦੇ ਲੱਛਣ ਆ ਉੱਥੇ। ਇਹ ਲੋਕ ਲਹਿਰ ਆ, ਇਹਨਾਂ ਨੂੰ ਐਂ ਲੱਗੀ ਜਾਂਦਾ ਕਈ ਬੰਦਿਆਂ ਨੂੰ ਭੁਲੇਖਾ ਬਈ ਅਸੀਂ ਸਟੇਜ ਤੇ ਖੜਿਆ। ਦੇਖੋ ਜੇ ਕੋਈ ਬੰਦਾ ਉੱਥੇ ਸਟੇਜ ਤੇ ਵੀ ਕਈ ਵਾਰੀ ਚੰਗੀ ਗੱਲ ਕਰਦਾ, ਉਹਦੇ ਥੱਲੇ ਆ ਜਾ ਬਸ 2 ਮਿੰਟ ਜਾਂ 2 ਮਿੰਟ ਨੂੰ ਸਾਨੂੰ ਆਪਦਾ ਮੂੰਹ ਦਿਖਾਉਣ ਆਇਆ ਹੋਇਆ ਵਾ ਬੰਦਾ, ਉਹਨਾਂ ਤੋਂ ਪੁੱਛੇ ਅਸੀਂ ਸੱਚੀ ਗੱਲ ਸੁਣਨ ਆਏ ਆ। ਚੰਗੇ ਬੁਲਾਰਿਆਂ ਨੂੰ ਟਾਈਮ ਦਿਓ, ਚਾਹੇ ਥੋੜਿਆਂ ਨੂੰ ਦਿਓ। ਕਈ ਤਾਂ ਉੱਥੇ ਇਹੋ ਜਿਹੇ ਬੰਦੇ ਆ, ਹਾਸਾ ਵੀ ਆਉਂਦਾ, WhatsApp ਤੋਂ ਸਟੇਟ ਤੋਂ ਪੜ੍ਹ ਕੇ ਚਲੇ ਜਾਂਦੇ ਆ, ਸਾਨੂੰ ਸੁਣਾਈ ਜਾਂਦੇ ਯਾਰ ਦਾ ਕੋਈ ਅਕਲ ਦੀ ਗੱਲ ਕਰ ਲਓ ਤੇ ਸਿਆਣੇ ਬਣ ਜਾਓ। ਇਹ ਸੰਘਰਸ਼ ਆ ਸਾਰੇ ਪੰਜਾਬ ਦਾ, 5-7 ਲੱਖ ਦਾ ਇਕੱਠ ਤੁਹਾਡੇ ਲਈ ਇੱਥੇ ਜਿਹੜਾ ਇੱਥੇ ਬੈਠਾ ਦੇਖਦਾ, ਕਰੋੜਾਂ ਲੋਕੀ ਆਪਣੇ ਬਾਹਰਲੇ ਦੇਖਦੇ ਆ। ਬਾਹਰਲਿਆਂ ਦੇ ਯਾਰ ਵਿਚਾਰੇ ਇੰਨਾ ਆਪਣੇ ਤੇ ਪੈਸਾ ਖਰਚ ਰਿਹਾ, ਤੁਸੀਂ ਬੇਹੂਦਾ ਬਿਆਨ ਦੇ ਕੇ ਅਗਲਾ ਸਾਨੂੰ ਫੋਨ ਲਾਉਂਦਾ ਬਾਈ ਚੜੂਨੀ ਸਾਹਿਬ ਬਾਹਰ ਕਰਤੇ। ਹੁਣ ਦੱਸੋ ਅਸੀਂ ਉਹਨਾਂ ਨੂੰ ਕੀ ਕਹੀਏ? ਅਸੀਂ ਕਿਹਾ ਜਾ ਯਾਰ ਕੋਈ ਸਵਾਲ ਨਹੀਂ, ਅਸੀਂ ਉਹਨਾਂ ਨਾਲ ਆ। ਕਾਰਨ ਕੀ, ਹੁਣ ਅਸੀਂ ਕਿਹੜਾ ਇੱਥੇ ਤੰਬੂਆਂ 'ਚ ਬੈਠੇ ਰਹਿੰਦੇ ਜਾਂ ਇੱਥੇ ਪ੍ਰਸ਼ਾਦੇ ਛਕ ਲਈ, ਅਸੀਂ ਸਟੇਜ ਤੇ ਨਿੱਤ ਜਾਂਦੇ ਹਾਂ, ਉੱਥੇ ਦੇਖਦੇ ਹਾਂ। ਕਾਰਨ ਕੀ, ਅਸੀਂ ਸਾਡੀ ਬੇਨਤੀ ਆ ਆਪਦੀਆਂ ਬਿਰਤੀਆਂ ਸਿਆਣੀਆਂ ਕਰ ਲਓ। ਇਹ ਨਾ ਹੋਵੇ ਵੀ ਹੁਣ ਤੁਹਾਨੂੰ ਫੰਡ ਆਈ ਜਾਂਦਾ ਵਾ, ਕੱਲ੍ਹ ਨੂੰ ਤੁਸੀਂ ਸਾਡਾ ਵੀ ਮੂੰਹ ਕਾਲਾ ਕਰਾ ਦਿਓ, ਅਗਲੇ ਨੇ ਕਹਿਣਾ ਪੰਜਾਬ ਵਾਲੇ ਇਹੋ ਜਿਹੇ ਆ। ਚੰਗੇ ਬੰਦਿਆਂ ਨੂੰ ਉੱਥੇ ਟਾਈਮ ਦਿਓ, ਥੋੜ੍ਹਾ ਦਿਓ, ਪਰ 5-7 ਮਿੰਟ ਤਾਂ ਚੰਗੇ ਬੰਦੇ ਨੂੰ ਦਿਓ। ਇਹ ਨਾ ਹੋਵੇ ਐਵੇਂ ਠੋਲੇ ਮਾਰੀ ਜਾਓ ਯਾਰ, ਕੋਈ ਗੱਲਾਂ 'ਚੋਂ ਗੱਲ ਇਹ ਕੋਈ। ਹੁਣ ਹਰਿਆਣੇ ਵਾਲੇ ਆਉਂਦੇ ਆ, ਪਰਸੋਂ ਸਾਡੇ ਕੋਲ ਆ ਕੇ ਗਏ ਤੇ ਚਾਹ ਪਾਣੀ ਛਕ ਕੇ ਗਏ ਆ। ਉਹ ਕਹਿੰਦੇ ਬਈ ਅਸੀਂ ਦੁੱਧ ਤੁਹਾਡੇ ਕੋਲ ਜਿਹੜਾ ਪਹੁੰਚਦਾ ਕਰਦੇ ਹਾਂ, ਅਸੀਂ ਤੀਏ ਦਿਨ ਆਇਆ ਕਰਾਂਗੇ। ਦੇਖੋ ਜੀ ਉਹਨਾਂ ਵਿਚਾਰਿਆਂ ਦੇ ਵੀ ਕਈ ਰੁਜ਼ਗਾਰ ਆਪਣੇ ਦੁੱਧ ਦੇ ਸਿਰ ਤੋਂ ਘਰ ਚੱਲਦੇ ਆ। ਹੁਣ ਅੱਜ ਦੀ ਘੜੀ ਮੈਂ ਤਾਂ ਇਹ ਕਹਿੰਦਾ ਇਦੋਂ ਵੱਡਾ ਕੋਈ ਤੀਰਥ ਨਹੀਂ। ਇੱਕ ਇੱਥੇ ਛੋਟਾ ਜਿਹਾ ਜਵਾਕ ਸਾਈਕਲ ਹੀ ਲੈ ਕੇ ਆਉਂਦਾ, ਇੱਕ ਕੈਨੀ ਉਹਦੇ ਘਰੋਂ ਕਹਿੰਦਾ ਮੇਰੇ ਘਰੇ ਲੱਸੀ ਦੀ ਹੁੰਦੀ, ਉਹ ਸਾਨੂੰ ਦੇ ਕੇ ਜਾਂਦਾ। ਜਾਣੀ ਕਈ ਵਾਰੀ ਹੈ ਨਾ ਇੰਨਾ ਕੁ ਮਨ ਭਾਵੁਕ ਹੋ ਜਾਂਦਾ, ਬਰਾਗ 'ਚ ਰਹੀਦਾ। ਕਈ ਵਾਰੀ ਤਾਂ ਸਾਰੀ ਰਾਤ ਐਂ ਬੈਠਿਆਂ ਦੇ ਮਨ 'ਚ ਐਂ ਚੱਲੀ ਜਾਂਦਾ ਯਾਰ ਵੀ ਇੰਨਾ ਕੰਮ ਵਧੀਆ ਚੱਲਦਾ, ਰੱਬ ਦੀਆਂ ਖੇਡਾਂ ਵਾ। ਦੱਸੋ ਇਹ ਕੀ ਇਹੋ ਜਿਹੇ ਬਿਆਨ ਦਿੰਦੇ ਆ ਕਿ ਇਹ ਤਾਂ ਹੁਣ ਰੱਬ ਨੂੰ ਕਈ ਨਾਸਤਕ ਬੰਦੇ ਬੈਠੇ ਆ। ਸਾਡੀ ਤਾਂ ਸਾਰੀ ਹੋਂਦ ਹੀ ਸਾਡੇ
ਖਾਲਸੀ ਝੰਡੇ ਦੇ ਨਾਲ ਆ। ਅਸੀਂ ਆਪਦੇ ਸਾਡਾ ਧਰਮ ਨੇ ਜੇ ਸਾਨੂੰ ਲੰਗਰ ਲਾਉਣੇ ਸਿਖਾਏ ਆ ਤਾਂ ਹੀ ਅੱਜ ਅਸੀਂ ਇੱਥੇ ਬੈਠੇ ਆ। ਜੇ ਅਸੀਂ ਆਨੰਦਪੁਰ ਸਾਹਿਬ ਦੇ ਮੇਲਿਆਂ ਦੇ ਜਾਹੋ ਜਲਾਲਾਂ 'ਚ ਆਪਦੀਆਂ ਟਰਾਲੀਆਂ ਲੈ ਕੇ ਪਹੁੰਚਿਆ ਤਾਂ ਸਾਨੂੰ ਟਰਾਲੀਆਂ 'ਚ ਸਰਵਾਈਵ ਕਰਨਾ ਆਇਆ ਵਾ, ਕਿਵੇਂ ਰਹਿਣਾ ਵਾ। ਜੇ ਅਸੀਂ ਹੋਲੇ ਮਹੱਲਿਆਂ ਤੇ ਜਾਂ ਅਸੀਂ ਫਤਿਹਗੜ੍ਹ ਸਾਹਿਬ ਦੀ ਸਭਾ ਤੇ ਨਾ ਗਏ ਹੁੰਦੇ ਤਾਂ ਸ਼ਾਇਦ ਅੱਜ ਇੰਨਾ ਵਧੀਆ ਤਰੀਕੇ ਨਾਲ ਇਕੱਠ ਨਾ ਹੁੰਦਾ। ਆ ਤੁਸੀਂ ਆ ਪੀੜ੍ਹੀਆਂ ਦੇਖੋ, ਇਹ ਫਤਿਹਗੜ੍ਹ ਸਾਹਿਬ ਦੇ ਲੰਗਰਾਂ 'ਚ ਗਈਆਂ ਹੋਈਆਂ ਵਾ, ਉਹ ਸ਼ਹੀਦਾਂ ਦੀਆਂ ਧਰਤੀਆਂ ਤੇ ਗਈਆਂ ਹੋਈਆਂ ਵਾ, ਤਾਂ ਹੀ ਸਾਡਾ ਅੱਜ ਇੱਥੇ ਬਹਿਣ ਨੂੰ ਰੂਹ ਕਰਦੀ ਆ। ਮੈਂ ਕਹਿੰਦਾ ਇੱਕ ਵੀ ਬੰਦਾ ਹੱਥ ਖੜਾ ਕਰਕੇ ਦੱਸ ਦੇ ਵੀ ਉਹ ਘਰੋਂ 100 ਰੁਝੇਵਿਆਂ 'ਚ 100 ਚਿੰਤਾਵਾਂ ਦੇ ਵਿੱਚ ਆਉਂਦਾ ਤੇ ਇੱਥੇ ਆ ਕੇ ਜੇ ਉਹਦਾ ਮਨ ਨਹੀਂ ਹੌਲਾ ਹੁੰਦਾ ਤਾਂ ਅਸੀਂ ਆਪਦਾ ਸਿਰ ਦੇਣ ਨੂੰ ਤਿਆਰ ਆ ਵੀ। ਤੇ ਇਹ ਗੱਲ ਕਾਰਨ ਕੀ, ਇੱਥੇ ਇੱਕ ਬਹੁਤ ਦੁੱਤੀ ਕਿਰਪਾ ਵਰਤਦੀ ਆ। ਅਸੀਂ ਹਰੇਕ ਗੱਲ 'ਚ ਕਹਿੰਦੇ ਅਸੀਂ 10ਵੇਂ ਪਾਤਸ਼ਾਹ ਦੇ ਵਾਰਸ ਹਾਂ। ਇਹ ਗੌਰਮੈਂਟਾਂ ਸਾਡਾ ਨੁਕਸਾਨ ਕਰਨਾ ਜਾਣਦੀਆਂ, ਸਾਨੂੰ ਮਾਰਨਾ ਜਾਣਦੀਆਂ, ਪਰ ਸਾਡਾ ਗੁਰੂ ਸਾਨੂੰ ਜਿਉਣ ਦੇ ਨਵੇਂ ਜਾਂਚ ਸਿਖਾਉਂਦਾ। ਇੱਕ ਗੁਰਬਾਣੀ ਦੀ ਮੈਂ ਤੁਹਾਨੂੰ ਗੱਲ ਸੁਣਾਉਂਦਾ ਵਾਂ। ਜਦੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਭਾਈ ਸੰਮਣ ਤੇ ਭਾਈ ਮੂਸਣ ਜੀ ਉਹਨਾਂ ਨੇ ਪ੍ਰਸ਼ਾਦਾ ਛਕਾਉਣਾ ਸੀ, ਉਹਦੇ ਵਿੱਚ ਉਹਨਾਂ ਦਾ ਸਿਰ ਵੱਢਣਾ ਪੈ ਗਿਆ ਸੀ ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਲਈ। ਤੇ ਸਾਡੇ ਜਿਹੜੇ 5 ਪਿਆਰੇ ਸੀ ਉਹਨਾਂ ਨੂੰ ਪਹਿਲੇ ਨੰਬਰ ਤੇ ਉਹਨਾਂ ਨੇ ਸਿਰ ਦਿੱਤੇ ਸੀ, ਸਿਰ ਧੜਾ ਨਾਲ ਅਲੱਗ ਹੋਏ ਸੀਗੇ, ਤਾਂ ਸਾਨੂੰ ਜੀਵਨ ਬਣਿਆ। ਅਸੀਂ ਤਾਂ ਨਿਕਲ ਹੀ ਖੰਡੇ ਦੀ ਧਾਰ ਚੋਂ ਆ। ਜੇ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਗੱਲ ਕਰੀਏ, ਦੇਖੋ ਉਹਨਾਂ ਨੇ ਸ਼ੀਸ਼ ਤਲੀ ਤੇ ਰੱਖ ਕੇ ਤੁਰ ਕੇ ਗਏ ਆ। ਸਾਡੇ ਜਦੋਂ ਕਹਿੰਦੇ ਬਾਬਾ ਦੀਪ ਸਿੰਘ ਜੀ ਨੇ ਪਹਿਲਾ ਟੱਕ ਮਾਰਿਆ ਸੀਗਾ, ਕਹਿੰਦੇ ਜਦੋਂ ਤੁਰੇ ਸੀਗੇ ਲੈਨ ਮਾਰਨ ਤੋਂ ਬਾਅਦ, ਇਤਿਹਾਸਕਾਰਾਂ ਤੋਂ ਸੁਣਦੇ ਆ, ਕਹਿੰਦੇ ਇੰਨਾ ਰੋਹ ਸੀ, 80 ਸਾਲ ਦੀ ਉਮਰ ਹੋਵੇ, 18 ਸ਼ੇਰ ਦਾ ਹੱਥ ਦੇ ਵਿੱਚ ਖੰਡਾ ਸੀ ਉਹਨਾਂ ਦੇ, ਤੇ ਕਹਿੰਦੇ ਬੰਦੇ ਨੂੰ ਪਾੜ ਕੇ ਖੰਡਾ ਘੋੜੇ ਨੂੰ ਵੱਢ ਕੇ ਧਰਤੀ ਦੇ ਵਿੱਚ ਗੱਡਿਆ ਗਿਆ ਸੀ। ਅਸੀਂ ਉਹਨਾਂ ਦੇ ਵਾਰਸ ਹਾਂ, ਅਸੀਂ ਗੁਰੂ ਨੂੰ ਮੰਨਣ ਵਾਲੇ ਹਾਂ, ਅਸੀਂ ਆਪਦੇ ਧਰਮ ਤੇ ਚੱਲਣ ਵਾਲੇ ਹਾਂ। ਗੁਰਬਾਣੀ ਵੀ ਅਰਥ ਕਰਦੀ ਆ, ਜਦੋਂ ਭਾਈ ਸੰਮਣ ਜੀ ਉਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਪ੍ਰਸ਼ਾਦਾ ਛਕਾਇਆ ਵਾ, ਕਿਉਂਕਿ ਪੂਰੇ ਗੁਰ ਕੀ ਦੇਖ ਵਡਾਈ, ਪੂਰੇ ਮਿਰਤਕ ਕੋ ਪਾਇਓ ਤਨ ਸਾਸਾ, ਪੂਰੇ ਗੁਰ ਕੀ ਦੇਖ ਵਡਾਈ। ਜਾਣੀ ਗੁਰੂ ਸਾਡਾ ਮਰਿਆਂ ਨੂੰ ਜਿਉਂਦਾ ਕਰਨ ਵਾਲਾ। 5 ਪਿਆਰਿਆਂ ਦੇ ਸਿਰ ਵੱਢਣ ਤੋਂ ਬਾਅਦ ਜੁੜੇ ਆ। ਜਦੋਂ ਭਾਈ ਸੰਮਣ ਜੀ ਉਹਨਾਂ ਦੀ ਜੇ ਗੱਲ ਕਰੀਏ, ਜਦੋਂ ਉਹਨਾਂ ਨੇ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਇਆ ਸੀ, ਉਹਦਾ ਉਹਨਾਂ ਨੇ ਗੁਰਬਾਣੀ ਦੇ ਵਿੱਚ ਦਿੱਤਾ 5ਵੇਂ ਪਾਤਸ਼ਾਹ ਨੇ, ਕਹਿੰਦੇ ਸੰਮਣ ਜਿਉ ਇਸ ਪ੍ਰੇਮ ਕੀ ਦਮ ਕਹੂ ਨਾ ਹੋਤੀ ਸਾਟ, ਰਾਵਣ ਹੱਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ। ਸਾਡਾ ਜਿਹੜਾ ਗੁਰੂ ਆ, ਇਹ ਸਿਰਾਂ ਦੇ ਬਦਲੇ ਪਿਆਰ ਮਿਲਦੇ ਆ, ਇੱਥੇ ਪੈਸੇ ਨਾਲ ਨਹੀਂ। ਕਾਰਨ ਕਿ ਉਹਨਾਂ ਨੇ ਨਾਲ ਰਾਵਣ ਦੀ ਵੀ ਗੱਲ ਦੱਸਤੀ, ਕਹਿੰਦੇ ਉਹਦੇ ਕੋਲ ਸੋਨੇ ਦੀ ਲੰਕਾ ਸੀ, ਉਹਦੇ ਕੋਲ ਕੋਈ ਪੈਸੇ ਦੀ ਕਮੀ ਨਹੀਂ ਸੀ, ਉਹਦੇ ਕੋਲ ਕੋਈ ਫੌਜਾਂ ਦੀ ਕਮੀ ਨਹੀਂ ਸੀ, ਪਰ ਰਾਵਣ ਨੂੰ ਵੀ ਆਪਦੇ ਮੂੰਹ ਦੀ ਖਾਣੀ ਪੈ ਗਈ ਸੀ। ਇੱਥੇ ਗੁਰੂ ਕਿਆਂ ਨੂੰ ਕਿਹਨੇ ਜਿੱਤਿਆ? ਜਿਨ੍ਹਾਂ ਨੇ ਆਪਦੇ ਸਿਰ ਅਰਪਿਤ ਕਰਤੇ ਆ। ਅਸੀਂ ਦੇਖੋ ਜੀ, ਇਹ ਜਿਹੜੀ ਮਾਇਆ ਵਾ, ਇਹ ਵੀ ਇੱਕ ਸਾਡੇ ਜਿਗਰ ਦਾ ਟੋਟਾ। ਕੌਣ ਆਏ ਮਾਇਆ ਕਿਸੇ ਨੂੰ ਦੇ ਦੂਗਾ? ਹੁਣ ਜਿਹੜੇ ਇੱਥੇ ਪੈਸਿਆਂ ਦੀ ਸੰਗਤ ਵੱਲੋਂ ਸਾਨੂੰ ਸੇਵਾਵਾਂ ਆਉਂਦੀਆਂ ਵਾ। ਇੱਕ ਵਾਰੀ 10ਵੇਂ ਪਾਤਸ਼ਾਹ ਕਿਸੇ ਆਪਦੇ ਸਿੰਘ ਕੋਲੇ ਬੈਠੇ ਸੀ, ਉਹ ਕਹਿੰਦੇ ਸਾਡੇ ਬਾਜ ਨੂੰ ਭੁੱਖ ਲੱਗੀ ਆ। ਇੱਕ ਸਿੰਘ ਨੇ ਕੀ ਕੀਤਾ, ਦਵਾ ਦੇਣੇ ਆਪਦੇ ਪੱਟ 'ਚ ਮਾਰ ਕੇ ਕਟਾਰ ਮਾਸ ਦਾ ਟੁਕੜਾ ਕੱਢ ਕੇ ਉਹ ਬਾਜ ਦੇ ਮੂਹਰੇ ਰੱਖਤਾ। ਗੁਰੂ ਸਾਹਿਬ ਕਹਿੰਦੇ ਨਿਹਾਲ ਨਿਹਾਲ ਨਿਹਾਲ। ਉਦੋਂ ਬਾਅਦ ਇੱਕ ਸਿੰਘ ਉੱਠਿਆ, ਉਹਦੇ ਕੋਲ ਜਿੰਨਾ ਪੈਸਾ ਸੀ, ਮਾਇਆ ਸੀ, ਸੋਨਾ ਸੀ, ਉਹਨੇ ਲਾ ਕੇ 10ਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਰੱਖਤੀ। ਉਹ ਕਹਿੰਦੇ ਗੁਰੂ ਸਾਹਿਬ ਨੇ ਉਹਨੂੰ ਛਾਤੀ ਨਾਲ ਲਾ ਕੇ ਸਿਰ ਤੇ ਰੱਖ, ਕਹਿੰਦੇ ਹਨਾ ਵੀ ਨਿਹਾਲ ਨਿਹਾਲ ਨਿਹਾਲ, ਤਰੱਕੀਆਂ ਕਰੋ, ਚੜ੍ਹਦੀਆਂ ਕਲਾਂ 'ਚ ਰਹੋ। ਉਹਨੂੰ 100 ਵਾਰ ਦੇਤੇ। ਉਹ ਜਿਹੜਾ ਮੇਰੇ ਵਰਗੇ ਨੇ ਵਿਚਾਰੇ ਨੇ ਪੱਟ 'ਚ ਮਾਰੀ ਸੀਗੀ ਕਿਰਚ, ਉਹ ਕਹਿੰਦਾ ਜੀ ਤੁਸੀਂ ਇਹਨਾਂ ਨੂੰ ਇੰਨਾ ਕੁਝ ਦੇਤਾ, ਮੈਂ ਆਪਦਾ ਪੱਟ ਵੀ ਪੜਵਾ ਲਿਆ। 10ਵੇਂ ਪਾਤਸ਼ਾਹ ਹੱਸ ਪਏ। ਉਹਨਾਂ ਨੇ ਆਪਦਾ ਸਿੰਘਾਂ ਨੂੰ ਉਦੋਂ ਦੱਸੀ ਗੱਲ, ਕਹਿੰਦੇ ਇਹ ਜਿਗਰ ਦਾ ਟੋਟਾ ਵਾ। ਕਹਿੰਦੇ ਜਿਗਰ ਦਾ ਟੋਟਾ, ਮਾਇਆ ਛੱਡਣੀ ਕੋਈ ਸੌਖੀ ਨਹੀਂ। ਹੁਣ ਤੁਸੀਂ ਦੇਖ ਲਓ, ਇਹ ਜਿਹੜੇ ਇੱਥੇ ਆਪਣੇ ਦਾਨ ਪੁੰਨ ਕਰਨ ਆਉਂਦੇ ਆ ਵੀਰ, ਮੰਨ ਲਓ ਜ਼ਮੀਨਾਂ ਦੇ ਪਿੱਛੇ ਗੌਰਮੈਂਟਾਂ ਦਾ ਲੜ ਮਰੀ ਜਾਂਦੀਆਂ। ਦੇਖੋ ਸਰੀਰ, ਇਹਨਾਂ ਨੂੰ ਸਰੀਰਾਂ ਦੀ ਨਹੀਂ ਕਦਰ, ਇਹਨਾਂ ਨੂੰ ਮਾਇਆ ਦੀ ਕਦਰ ਆ। ਮਾਇਆ ਦੇ ਪਿੱਛੇ ਇੰਨੇ ਲੋਕਾਂ ਨੂੰ ਰੋਲਣ ਲੱਗੇ ਹੋਏ ਆ। 10ਵੇਂ ਪਾਤਸ਼ਾਹ ਨੇ ਪਹਿਲਾਂ ਹੀ ਦੱਸਤੀਆਂ ਸੀ, ਇਹ ਸਾਨੂੰ ਗੱਲਾਂ ਸੀ, ਉਹਨਾਂ ਦੇ ਵਾਰਸਾਂ। ਇਹ ਜਿਹੜੇ ਉਥੋਂ ਘਟੀਆ ਬਿਆਨ ਦਿੰਦੇ ਆ ਨਾ ਸਾਡੇ ਸਟੇਜ ਤੇ ਖੜ ਕੇ ਬੰਦੇ, ਉਹਨਾਂ ਨੂੰ ਇਹ ਭੁਲੇਖਾ ਵੀ ਖਾਣੀ ਅਸੀਂ ਉਹਨਾਂ ਦੇ ਪਿੱਛੇ ਆਏ ਆ। ਇਹ ਲੋਕ ਲਹਿਰ ਆ, ਲੋਕ ਲਹਿਰ ਦਾ ਇਕੱਠ ਆ। ਇਹ ਆਪਦੇ 10ਵੇਂ ਪਾਤਸ਼ਾਹ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਆਏ ਹੋਏ ਆ। ਇਹਦੇ ਵਿੱਚ ਕੋਈਆਂ ਵੀ ਦੋ ਰਿਆਂ ਨਹੀਂ ਵੀ ਅਸੀਂ ਕਹਿ ਦਈਏ ਵੀ ਦੋ ਰਿਆਂ ਵਾਂ, ਵੀ ਨਹੀਂ ਅਸੀਂ ਖਾਣੀ ਆਏ ਆ। ਖਾਣੀ ਖੁਣੀ ਵਾਲੀ ਕੋਈ ਗੱਲ ਨਹੀਂ। ਸਾਨੂੰ ਆਏ ਆ, ਅਸੀਂ ਆਪਦੇ 10ਵੇਂ ਪਾਤਸ਼ਾਹ ਦੇ ਵਾਰਸ ਹਾਂ। ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਆਏ। ਇੱਕ ਵੀ ਬੰਦੇ ਦੇ ਵਿੱਚ ਕੋਈ ਵੀ ਇਹੋ ਜਿਹੀ ਗੱਲ ਨਹੀਂ ਕਿ ਬਈ ਉਹ ਕਿਸੇ ਪਾਸਿਓਂ ਰੇਮ ਆ ਜਾਂ ਉਹ ਡਰਦਾ ਵਾ। ਸਾਰੇ ਆਪਦੇ ਕੰਮਕਾਜ ਛੱਡ ਕੇ ਇੱਥੇ ਬੈਠੇ ਆ। ਤੁਹਾਨੂੰ ਵੀ ਪਤਾ ਅੱਜ ਦੇ ਸਮੇਂ ਕੋਈ ਵੀ ਵਿਹਲਾ ਨਹੀਂ। ਕਾਰਨ ਕੀ ਆ? ਕੁਰਬਾਨੀਆਂ ਤਾਂ ਫਿਰ ਦੇਣੀਆਂ ਹੀ ਪੈਂਦੀਆਂ ਵਾ, ਚਾਹੇ ਉਹ ਕਾਰੋਬਾਰਾਂ ਦੀਆਂ, ਚਾਹੇ ਕਿਸੇ ਹੋਰ ਕੰਮ ਦੀਆਂ। ਸੋ ਇੰਨੀਆਂ ਕੁ ਬੇਨਤੀਆਂ ਵਾ। ਵੀਰ ਜੀ, ਇੱਕ ਗੱਲ ਹੋਰ ਤੁਹਾਡੇ ਤੋਂ ਆਪਾਂ ਪੁੱਛਣਾ ਚਾਹਾਂਗੇ। ਕਾਂਗਰਸ ਦੀ ਗੱਲ ਕਰਦੇ ਆ, ਕਾਂਗਰਸ ਦੇ MP ਰਵਨੀਤ ਸਿੰਘ ਬਿੱਟੂ ਜੰਤਰ ਮੰਤਰ ਵਿਖੇ ਧਰਨਾ ਲਾ ਰਹਿੰਦੇ ਆ, ਸੋਸ਼ਲ ਮੀਡੀਆ ਤੇ ਪਾਉਂਦੇ ਆ ਕਿ ਅੱਜ 48 ਦਿਨ ਹੋ ਗਏ, ਅੱਜ 49 ਦਿਨ ਹੋ ਗਏ। ਹਜੇ ਵੀ ਉਹਨਾਂ ਕੋਲੇ ਬਹੁਤ ਲੋਕ ਜਾਂਦੇ ਆ, ਹਾਜ਼ਰੀ ਭਰਨ ਜਾਂਦੇ ਆ। ਇੱਕ ਪਾਸੇ ਇਹ ਜਿਹੜਾ ਸੰਘਰਸ਼ ਹੈ ਇਹ ਚੱਲ ਰਿਹਾ, ਜਿਹੜਾ ਲੋਕ ਲਹਿਰ ਹੈ, ਸਾਰੇ ਲੋਕ ਇੱਥੇ ਪਹੁੰਚੇ ਆ, ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਇੱਕ ਪਾਸੇ ਉਹ ਜੰਤਰ ਮੰਤਰ ਵਿਖੇ ਧਰਨਾ ਲਾ ਕੇ ਆਪਦਾ ਧਿਆਨ, ਜਿਹੜਾ ਲੋਕਾਂ ਦਾ ਧਿਆਨ ਵੀ ਖਿੱਚ ਰਿਹਾ। ਜੇਕਰ ਆਪਾਂ ਗੱਲ ਕਰੀਏ, ਜਦੋਂ ਬਿੱਲ ਪਾਸ ਹੋਇਆ ਅਕਸਰ ਤਾਂ ਉਹਨਾਂ ਨੇ ਵੀ ਸਾਈਨ ਕੀਤੇ ਆ।
ਹੁਣ ਉਹ ਇਹ ਨੀਤੀ ਕਿਉਂ ਅਪਣਾ ਰਹੇ ਆ, ਲੋਕਾਂ ਨੂੰ ਆਪਦੇ ਵੱਲ ਕਿਉਂ ਆਕਰਸ਼ਿਤ ਕਰ ਰਹੇ ਆ? ਜੇ ਗੱਲ ਕਰੀਏ ਤਾਂ ਇਸ 26 ਤਰੀਕ ਵਾਲੇ ਪ੍ਰੋਗਰਾਮ ਲਈ ਜਾਂ ਇਸ ਸੰਘਰਸ਼ ਲਈ ਪਹੁੰਚਣ ਲਈ ਪ੍ਰੇਰਿਤ ਕਿਉਂ ਨਹੀਂ ਕਰਦੇ, ਉੱਥੇ ਪਹੁੰਚਣ ਲਈ ਪ੍ਰੇਰਿਤ ਕਿਉਂ ਕਰਦੇ? ਦੇਖੋ ਜੀ, ਹਰੇਕ ਬੰਦੇ ਨੂੰ ਆਇਆ ਵੀ ਅਸੀਂ ਆਪਦੇ ਇੱਥੇ ਨੰਬਰ ਬਣਾ ਲਈਏ, ਪਰ ਇਹਨਾਂ ਨੂੰ ਇਹ ਨਹੀਂ ਪਤਾ ਤੁਸੀਂ ਇੱਥੇ ਪੁੱਠੇ ਸਿੱਧੇ ਕੰਮ ਕਰੀ ਜਾਂਦੇ ਆ। ਕੋਈ ਵੀ ਪੋਲੀਟੀਕਲ ਪਾਰਟੀ ਦਾ ਬੰਦਾ ਵਾ, ਮੰਨ ਲਓ ਇਹਨਾਂ ਨੂੰ ਵੋਟਾਂ ਲੈਣ ਲਈ ਤਾਂ ਪਿੰਡਾਂ 'ਚ ਹੀ ਆਉਣਾ ਪੈਣਾ ਵਾ, ਉਦੋਂ ਅਸੀਂ ਇਹਨਾਂ ਨੂੰ ਇਹ ਗੱਲਾਂ ਦੱਸਾਂਗੇ ਬਈ ਧਿਆਨ ਕਿਵੇਂ ਭੜਕਾਏ ਜਾਂਦੇ ਆ। ਕਾਰਨ ਕੀ ਆ, ਵੋਟਾਂ ਤਾਂ ਹੁਣ ਘਰੇ ਬਹਿ ਕੇ ਤਾਂ ਜਿੱਤ ਨਹੀਂ ਸਕਦੇ ਕੋਈ ਵੀ ਪੋਲੀਟੀਕਲ ਪਾਰਟੀ ਦਾ ਬੰਦਾ, ਉਹਨਾਂ ਨੂੰ ਉਦੋਂ ਪਤਾ ਲੱਗਣਾ ਜਦੋਂ ਇਹਨਾਂ ਦਾ ਪਿੰਡਾਂ ਦੇ ਵਿੱਚ ਇਹਨਾਂ ਦੀ ਆਓ ਭਗਤ ਹੋਈ। ਸੋ ਇਹ ਭੁਲੇਖਿਆ, ਤੇ ਇਹ ਗੱਲ ਅਸੀਂ ਪਹਿਲਾਂ ਵੀ ਕਹੀ ਆ ਬਈ ਕਈ ਜਿਹੜੇ ਚਾਪਲੂਸੀ ਆ, ਜਿਹੜੇ ਇਹਨਾਂ ਦੇ ਬਲੱਡਾਂ ਦੇ ਵਿੱਚੋਂ ਆਪਣੇ ਲੋਕਾਂ ਦੇ ਹਲੇ ਕੰਮ ਨਹੀਂ ਨਿਕਲਦੇ, ਉਹ ਸੁਧਰ ਜਾਣ, ਆਪਦੀ ਪੀੜ੍ਹੀ ਥੱਲੇ ਸੋਟਾ ਮਾਰ ਲੈਣ। ਐਵੇਂ ਚਾਪਲੂਸੀਆਂ 'ਚ ਤੁਰੇ ਫਿਰਦੇ ਕੰਮਾਂ ਨੇ ਕੁਛ ਨਹੀਂ ਦੇਣਾ। ਕਾਰਨ ਕੀ ਆ, ਕੋਈ ਵੀ ਪੋਲੀਟੀਕਲ ਪਾਰਟੀ, ਜੇ ਅਸੀਂ ਕਣਕ ਬੀਜਾਂਗੇ ਤਾਂ ਡਰਮਾਂ 'ਚ ਦਾਣੇ ਪਾਵਾਂਗੇ ਤਾਂ ਹੀ ਖਾਦੇ ਜਾਣੇ ਆ। ਆ ਜਿਹੜੇ ਮੋਦੀ ਦੇ ਭਗਤ ਵੀ ਕਰੀ ਜਾਂਦੇ ਕਾਨੂੰਨ ਅੱਛੇ ਹੈ, ਇਹ ਵੀ ਇਹਨਾਂ ਨੂੰ ਭੁਲੇਖਾ ਵਾ, ਖਾਣਾ ਤਾਂ ਸਾਰਿਆਂ ਨੂੰ ਆਪਦਾ ਕਰਕੇ ਪੈਂਦਾ ਵਾ। ਸੋ ਇਹ ਬੰਦਿਆਂ ਨੂੰ ਸੁਧਰਨਾ ਚਾਹੀਦਾ ਵਾ, ਟਿਕ ਜਾਣਾ ਇਹਦੇ ਨਾਲ, ਇਹ ਗੱਲਾਂ ਨਾਲ ਕੁਛ ਨਹੀਂ ਕੱਢਣ ਪਾਉਣ ਨੂੰ। ਕੀ ਪਤਾ ਜੀ ਇਹਨਾਂ ਦੇ ਬੰਦੇ ਵੀ ਆਪਦੇ ਦਿਹਾੜੀ ਤੇ ਹੁਣ ਵੀ ਦੇਵਾਂਗੇ 500 ਰੁਪਈਆ ਭਾਈ ਆ ਜਿਓ। ਜਿਹੜੇ ਬੰਦੇ ਜਜ਼ਬਾਤੀ ਆ, ਜਿਹੜੇ ਗੁਰੂ ਨੂੰ ਮੰਨਣ ਵਾਲੇ ਆ, ਗੁਰੂ ਦੇ ਪੂਰਨਿਆਂ ਤੇ ਚੱਲਣ ਵਾਲੇ ਆ, ਉਹ ਸਾਰੇ ਇਹ ਇਕੱਠਾਂ ਦੇ ਵਿੱਚ ਬੈਠੇ ਆ। ਬਾਈ ਜੀ, ਜੇਕਰ ਗੱਲ ਕਰੀਏ ਸੰਘਰਸ਼ ਦੀ ਤਾਂ ਰਾਜਨੀਤਿਕ ਸਰੂਪ ਆ ਉਹ ਬਦਲੂਗਾ, ਜ਼ਰੂਰੀ ਆ ਬਦਲਣਾ ਵੀ। ਕਿਹੋ ਜਿਹਾ ਸਰੂਪ ਮੰਨਦਾ ਇੱਕ ਆਮ ਨੌਜਵਾਨ, ਇੱਕ ਆਮ ਕਿਸਾਨ ਕਿਹੋ ਜਿਹਾ ਸਰੂਪ ਚਾਹੁੰਦਾ ਕਿ ਸਾਡਾ ਆਉਣ ਵਾਲਾ ਜਿਹੜਾ ਲੀਡਰ ਹੈ, ਸਾਡਾ ਆਉਣ ਵਾਲਾ ਜਿਹੜਾ ਜਿਹਨੂੰ ਅਸੀਂ ਆਪਦਾ ਚੁਣ ਕੇ ਗੱਦੀ ਤੇ ਬਿਠਾਵਾਂਗੇ? ਜਿਵੇਂ ਕਿ ਅਸੀਂ ਪਹਿਲਾਂ ਸਾਡੇ ਤੋਂ ਗਲਤੀ ਹੋਈ, ਅਸੀਂ ਆਪਦਾ ਮਤ ਦਾ ਦਾਨ ਗਲਤ ਕਰ ਬੈਠੇ, ਉਹੀ ਹੁਣ ਕਿਸਾਨੀ ਨੂੰ ਜਿਹੜਾ ਖੱਜਲ ਖਵਾਰ ਕਰਨ ਤੇ ਕਿਸਾਨੀ ਨੂੰ ਬਰਬਾਦ ਕਰਨ ਤੇ ਤੁਲੇ ਪਿਆ। ਜੇ ਗੱਲ ਕਰੀਏ ਇਸ ਤੋਂ ਬਾਅਦ ਰਾਜਨੀਤਿਕ ਸਰੂਪ ਤਾਂ ਬਦਲੂਗਾ, ਉਹ ਕਿਹੋ ਜਿਹਾ ਸਰੂਪ ਹੋਊਗਾ? ਇਹ ਜੀ ਹਲੇ ਲੋਕਾਂ ਦਾ ਜਿਹੜੀ ਲੋਕ ਲਹਿਰ ਆ, ਇਹਦੇ ਵਿੱਚੋਂ ਜਦੋਂ ਕੋਈ ਇਕੱਠਾਂ ਦੇ ਵਿੱਚੋਂ ਗੌਰਮੈਂਟਾਂ ਨਿਕਲਦੀਆਂ ਵਾ, ਉਹ ਕੁਝ ਕੁ ਟਾਈਮ ਲਈ ਤਾਂ ਉਹਨਾਂ ਦਾ ਇੱਕ ਸਰੂਪ ਅਦੁੱਤਾ ਹੋਊਗਾ। ਕਾਰਨ ਕੀ, ਉਹਦੇ ਵਿੱਚ ਜਿਹੜੇ ਪਿੰਡੂ ਝਗੜਿਆਂ ਦੇ ਵਿੱਚ ਪਰਚੇ ਹੋ ਜਾਂਦੇ ਸੀ, ਮੈਨੂੰ ਲੱਗਦਾ ਸ਼ਾਇਦ ਘੱਟ ਹੋਣਗੇ, ਕਿਉਂਕਿ ਕੋਈ ਲੋਕੀ ਵੀ ਸਿਆਣੇ ਹੋ ਜਾਣਗੇ। ਅੱਗੇ ਪਿੰਡਾਂ ਦੇ ਵਿੱਚ ਪੰਚਾਇਤਾਂ 'ਚ ਜਾਂ ਸਿਆਣੇ ਬਜ਼ੁਰਗਾਂ ਦੇ ਵਿੱਚ ਜਦੋਂ ਇਕੱਠ ਕੀਤੇ ਜਾਂਦੇ ਸੀਗੇ, ਉਦੋਂ ਕਿੰਨੇ ਕੁ ਆਪਾਂ ਪੋਲੀਟੀਕਲ ਬੰਦਿਆਂ ਨੂੰ ਆਪਦੇ ਪਿੰਡਾਂ 'ਚ ਪ੍ਰੋਗਰਾਮਾਂ 'ਚ ਸਾਦੇ ਸੀ। ਕਾਰਨ ਕੀ, ਹੁਣ ਵੀ ਇਹੀ ਗੱਲ ਆ, ਪੋਲੀਟੀਕਲ ਪਾਰਟੀਆਂ ਤਾਂ ਸਾਡੇ ਪਿੰਡਾਂ ਵਾਲਿਆਂ ਦੇ ਨਾਲ ਹੀ ਗਾਹ-ਗੂ ਪਵਾਈ ਜਾਂਦੀਆਂ ਵਾ, ਇਹ ਉਤਲੇ ਪੱਧਰ ਤੇ ਨਹੀਂ ਸੋਚਦੀਆਂ ਵੀ ਆਪਾਂ ਕੰਮ ਕੀ ਕਰਨੇ ਆ। ਇਹਦਾ ਜੇ ਹੁਣ ਦੇਖੋ ਜੀ, ਇਹ ਹਲੇ ਗੱਲ ਅਸੀਂ ਕੁਛ ਨਹੀਂ ਕਹਿ ਸਕਦੇ। ਜਦੋਂ ਇਹ ਸਾਡੀ ਜੰਗ ਜਿੱਤੀ ਗਈ, ਉਦੋਂ ਬਾਅਦ ਇਹ ਜਿਹੜੀ ਲੋਕ ਲਹਿਰ ਦੇ ਵਿੱਚੋਂ ਕੋਈ ਪਾਰਟੀ ਖੜੀ, ਉਹ ਪਿਛਲੇ ਵਾਰੀ ਜਦੋਂ ਆਮ ਆਦਮੀ ਪਾਰਟੀ ਆਈ ਸੀ, ਕੰਨੇ ਉਹਨਾਂ ਨੇ ਝੰਡੇ ਚੱਕੇ, ਉਹ ਪਤੰਦਰਾਂ ਨੇ ਸਾਰਾ ਅੰਤ ਤੱਕ ਆਪਦਾ ਸੀਐਮ ਦਾ ਚਿਹਰਾ ਨਹੀਂ ਕੋਈ ਦਿਖਾਇਆ। ਕਾਰਨ ਕਿ ਕਿਤੇ ਨਾ ਕਿਤੇ ਪੰਜਾਬ ਦੀ ਜਿਹੜੀ ਗੌਰਮੈਂਟ ਆ, ਕੋਈ ਵੀ ਆਉਂਦੀ ਆ, ਉਹ ਚਾਹੁੰਦੀ ਨਹੀਂ ਕਿ ਪੰਜਾਬ ਦੇ ਜਿਹੜਾ ਬੰਦੇ ਆ ਵੀ ਅਸੀਂ ਉਹਨਾਂ ਦਾ ਭਲੇ ਲਈ ਕੁਝ ਕਰ ਸਕੀਏ, ਕਿਉਂਕਿ ਪੰਜਾਬ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ। ਹਰੇਕ ਬੰਦਾ ਪੰਜਾਬ ਨੂੰ ਢਾਹ ਲਾਉਣ ਦੇ ਨਵੇਂ ਦਾਅ ਪੇਚ ਸਿੱਖਣ ਲਈ ਉਤਰਿਆ ਵਾ। ਸੋ ਅਸੀਂ ਇਹ ਫਿਰ ਵੀ ਉਮੀਦ ਕਰਦੇ ਹਾਂ, ਅਸੀਂ ਆਉਣ ਵਾਲੇ ਸਮਿਆਂ ਦੇ ਵਿੱਚ ਜਿਵੇਂ ਇੱਥੋਂ ਸੰਘਰਸ਼ 'ਚੋਂ ਸੁਣਦੇ ਹਾਂ ਵੀ ਸ਼ਾਇਦ ਕੁਝ ਨਵਾਂ ਦੇਖਣ ਨੂੰ ਮਿਲੂਗਾ, ਪਰ ਹਲੇ ਪੱਕਾ ਨਹੀਂ ਕਹਿ ਸਕਦੇ ਵੀ ਕੀ ਮਿਲ ਸਕਦਾ। ਪਰ ਹਾਂ, ਕੁਝ ਕਾਰਨ ਕੀ ਜਿਨ੍ਹਾਂ ਦੇ ਅਸੀਂ ਹੀ ਗੌਰਮੈਂਟਾਂ ਨੂੰ, MLA ਨੂੰ ਅਸੀਂ ਚਲਾਉਣਾ ਹੁੰਦਾ, ਨਾ ਕਿ MLA ਨੇ ਸਾਨੂੰ। ਹੁਣ ਜਦੋਂ ਅਸੀਂ ਆਪਦੇ ਪਿੰਡ 'ਚ ਲੜ ਕੇ ਜਾ ਕੇ ਪੋਲੀਟੀਕਲ ਪਾਰਟੀ ਦੇ ਕਿਸੇ ਵੀ MLA ਕੋਲ ਜਾਂਦੇ ਆ, ਉਹਨੂੰ ਜਾਂ ਪਾਰਟੀ ਫੰਡ ਦਿੰਦੇ ਆ, ਜਾਂ ਉਹਨੂੰ ਕਹਿੰਦੇ ਆ ਵੀ ਇਹ ਕੰਮ ਇੱਥੇ ਤੇ ਪਰਚਾ ਬਣਦਾ ਹੀ ਬਣਦਾ ਵਾ, ਇਹ ਫਲਾਨਾ ਵਾ, ਤੇ ਉਹਨਾਂ ਨੂੰ ਇੱਕ ਨਵਾਂ ਕੰਮ ਮਿਲਦਾ। ਜੇ ਅਸੀਂ ਉਹਨਾਂ ਕੋਲ ਇਹੋ ਜਿਹੀਆਂ ਗੱਲਾਂ ਲੈ ਕੇ ਹੀ ਨਹੀਂ ਜਾਵਾਂਗੇ, ਗੌਰਮੈਂਟ ਆਪੇ ਹੀ ਵਧੀਆ ਚੱਲ ਪਊਗੀ। ਕਾਰਨ ਕੀ, ਸੁਧਾਰਨ 'ਚ ਵੀ ਸਾਡਾ ਹੀ ਹੱਥ ਆ, MLA ਨੂੰ ਵਿਗਾੜਨ 'ਚ ਵੀ ਸਾਡਾ ਹੀ ਹੱਥ ਆ। ਸੋ ਇਹ ਕਿਸੇ ਤੇ ਡਿਪੈਂਡ ਨਹੀਂ, ਇਹ ਸਾਰਾ ਲੋਕ ਲਹਿਰ ਤੇ ਡਿਪੈਂਡ ਆ ਵੀ ਲੋਕਾਂ ਨੇ ਕੀ ਚਾਹੁੰਦੇ ਆ ਤੇ ਕੀ ਕਰਾਉਣਾ ਚਾਹੁੰਦੇ, ਉਹ ਗੌਰਮੈਂਟ ਤੋਂ ਕਰਾ ਸਕਦੇ ਆ। ਬਾਕੀ ਇਹ ਫੈਸਲਾ ਜਦੋਂ ਅਸੀਂ ਬਿੱਲ ਵਾਪਸ ਕਰਾ ਲਏ, ਉਦੋਂ ਬਾਅਦ ਅਸੀਂ ਫੇਰ ਸਾਡੀ ਇੰਟਰਵਿਊ ਲਿਓ, ਫੇਰ ਅਸੀਂ ਦੱਸਾਂਗੇ ਵੀ ਲੋਕ ਲਹਿਰ ਕੀ ਹੁੰਦੇ ਆ ਤੇ ਲੋਕ ਕੀ ਕਰਵਾ ਸਕਦੇ ਆ, ਕੀ ਨਹੀਂ ਕਰਵਾ ਸਕਦੇ। ਬਾਈ ਜੀ, ਲਾਸਟ ਸਵਾਲ ਕਰਦੇ ਆ ਕਿ ਉਹ ਜਿੱਤ ਦਾ ਪਲ ਜਦੋਂ ਯਾਦ ਕਰਦੇ ਆ ਤਾਂ ਲੂ ਕੰਡੇ ਖੜੇ ਹੋ ਜਾਂਦੇ ਆ, ਕਿਉਂਕਿ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ। ਜਿੱਦੇ ਬਿੱਲ ਵਾਪਸ ਹੋਣਗੇ, ਕਿਹੋ ਜਿਹਾ ਮਾਹੌਲ ਹੋਊਗਾ, ਕਿਹੋ ਜਿਹੀ ਸੈਲੀਬ੍ਰੇਸ਼ਨ ਹੋਊਗੀ? ਸਿੱਖਾਂ ਦਾ ਆਪਾਂ ਬਹੁਤ ਕੁਝ ਹੁਣ ਵੀ ਸਿੱਖ ਰਹੇ ਆ, ਭਾਈਚਾਰਕ ਸਾਂਝ ਸਿੱਖ ਰਹੇ ਆ, ਅਸੀਂ ਜਾਗ ਚੁੱਕੇ ਆ। ਉਹ ਟਾਈਮ ਕਿਹੋ ਜਿਹਾ ਹੋਊਗਾ, ਉਹਨੂੰ ਯਾਦ ਕਰਕੇ ਕਿੱਦਾਂ ਦਾ ਫੀਲ ਹੁੰਦਾ? ਦੇਖੋ ਜੀ, ਉਹ ਗੱਲ ਨੂੰ ਯਾਦ ਕਰਕੇ ਮੈਂ ਤਾਂ ਕਹਿੰਦਾ ਇਹ ਆ ਵੀ ਸਾਡੇ ਸਾਰੀ ਸੰਗਤ ਦੇ ਅੱਖਾਂ 'ਚੋਂ ਬਰਾਗ ਦੇ ਹੰਝੂ ਚੱਲਣਗੇ ਪਹਿਲੇ ਨੰਬਰ ਤੇ। ਉਹ ਕਾਹਤੋਂ ਚੱਲਣਗੇ? ਸਾਡੇ ਨਿੱਤ 2-3 ਕਿਸਾਨ ਸ਼ਹੀਦ ਹੋ ਰਹੇ ਆ। ਇਹ ਕੋਈ ਮਜ਼ਾਕ ਦੀ ਗੱਲ ਨਹੀਂ ਕਿ ਬਈ ਅਸੀਂ ਗਾਣੇ ਛੱਡ ਲਾਂਗੇ, ਅਸੀਂ ਚੱਕ ਲਾਂਗੇ, ਧਰ ਲਾਂਗੇ। ਅਸੀਂ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਆਪਦੇ ਪਿੰਡਾਂ 'ਚ ਜਾਵਾਂਗੇ। ਇਹ ਜਿੱਤ ਦਾ ਮਤਲਬ ਤਾਂ ਇਹ ਆ, ਇਹ ਜਿੱਤਣ ਤੋਂ ਬਾਅਦ ਕਿਹੜਾ ਜੱਟਾਂ ਨੇ ਜਾ ਕੇ ਸੋਨੇ ਦੀਆਂ ਦੁਕਾਨਾਂ ਪਾ ਲੈਣੀਆਂ ਜਾਂ ਇਹਨਾਂ ਨੇ ਵੀ ਸੋਨਾ ਵੇਚਣ ਲਾ ਜਾਣਾ। ਇਹ ਤਾਂ ਮੰਨ ਲਓ ਆਏ ਆ ਵੀ ਸਾਡੇ ਜ਼ਖਮਾਂ 'ਚ ਜਿਹੜਾ ਨੂਣ ਪੈਣ ਲੱਗਿਆ ਹੋਇਆ ਸੀਗਾ, ਉਹ ਨੂਣ ਰੁਕ ਜੂਗਾ, ਜ਼ਖਮ ਤਾਂ ਸਾਡੇ ਉਵੇਂ ਹੀ ਹੱਲੇ ਰਹਿਣੇ। ਬਹੁਤ ਕੁਝ ਕਰਨਾ ਪੈਣਾ ਵਾ, ਨਵੇਂ ਤਰੀਕੇ। ਕੋਈ ਬੜੀ ਖੁਸ਼ੀ ਦੀ ਗੱਲ ਮੈਨੂੰ ਤਾਂ ਨਹੀਂ ਲੱਗਦੀ ਕਿ ਸ਼ਾਇਦ ਹੋਰਾਂ ਨੂੰ ਲੱਗਦੀ ਹੋਵੇ। ਇਹ ਤਾਂ ਐਂ ਆ ਵੀ ਸਾਡੇ ਜ਼ਖਮ ਜਿਹੜੇ ਹੱਲੇ ਆ, ਉਹਨਾਂ ਦੇ ਵਿੱਚ ਨੂਣ ਪੈਣੋਂ ਹਟ ਜੂ, ਇਦੋਂ ਵੱਧ ਕੁਛ ਨਹੀਂ।
ਤੁਸੀਂ ਗੱਲਬਾਤ ਸੁਣੀ, ਵੀਰ ਨੇ ਬੜੇ ਸੋਹਣੇ ਵਿਚਾਰ ਜਿਹੜੇ ਤੁਹਾਡੇ ਰੂਬਰੂ ਰੱਖੇ ਆ। ਤੁਸੀਂ ਇਸ ਵਕਤ ਸਾਂਝਾ ਟੀਵੀ ਦੇ ਤਹਿਤ ਇਹ ਸਾਰਾ ਪ੍ਰੋਗਰਾਮ ਜਿਹੜਾ ਦੇਖ ਰਹੇ ਹੋ। ਪਲ ਪਲ ਦੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਕਿਸਾਨ ਦੀ ਗੱਲਬਾਤ ਤੁਹਾਡੇ ਤੱਕ ਪਹੁੰਚਾਈ ਜਾਵੇ, ਤੁਹਾਡੇ ਸਨਮੁਖ ਰੱਖੀ ਜਾਵੇ। ਸੋ ਇਹ ਕੋਸ਼ਿਸ਼ ਲਗਾਤਾਰ ਜਾਰੀ ਰਹੂਗੀ। ਸੋ ਅੱਜ ਦਾ ਪ੍ਰੋਗਰਾਮ ਜਿਹੜਾ ਟਰਾਲੀ ਟਾਕ ਤੁਹਾਨੂੰ ਕਿਵੇਂ ਲੱਗਿਆ, ਆਪਣੇ ਵਿਚਾਰ ਜਿਹੜੇ ਕਮੈਂਟ ਬਾਕਸ ਵਿੱਚ ਤੁਸੀਂ ਜ਼ਰੂਰ ਜਿਹੜੇ ਆ ਉਹ ਸ਼ੇਅਰ ਕਰਨੇ ਆ। 10ਵੇਂ ਗੇੜ ਦੀ ਮੀਟਿੰਗ ਹੋਈ ਆ, 2 ਸਾਲ ਦੇ ਲਈ ਜਿਹੜੀ ਰੋਕ ਲਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ। ਜੇ ਕਹੀਏ ਸਰਕਾਰ ਦੀ ਗੱਲ ਕਹੀਏ ਤਾਂ ਸਰਕਾਰ ਕਹਿੰਦੀ ਹੈ ਕਿ ਕਾਨੂੰਨ ਵਾਪਸ ਨਹੀਂ ਹੋਣੇ, ਤੁਸੀਂ ਸੁਪਰੀਮ ਕੋਰਟ ਦਾ ਸਹਾਰਾ ਲੈ ਸਕਦੇ ਹੋ। ਪਰ ਕਿਸਾਨ ਆਗੂ ਕਹਿੰਦੇ ਆ ਕਿ ਸੁਪਰੀਮ ਕੋਰਟ ਨਹੀਂ ਜਾਵਾਂਗੇ, ਅਸੀਂ ਸਿਰਫ ਤੇ ਸਿਰਫ ਕਾਨੂੰਨ ਰੱਦ ਕਰਾਉਣ ਆਏ ਆ ਤੇ ਰੱਦ ਕਰਵਾ ਕੇ ਜਾਵਾਂਗੇ। ਲਗਾਤਾਰ ਸਾਂਝਾ ਟੀਵੀ ਤੁਸੀਂ ਦੇਖਦੇ ਰਹੋ। ਇਸ ਵਕਤ ਮੈਂ ਰਾਜਵਿੰਦਰ ਭੁੱਲਰ ਸੋਨੀਪਤ ਤੋਂ ਆਪਣੇ ਦੋਸਤ ਵਿਨੇ ਦੇ ਨਾਲ, ਤਦ ਤੱਕ ਤੁਸੀਂ ਦੇਖਦੇ ਰਹੋ ਸਾਂਝਾ ਟੀਵੀ। ਸਤਿ ਸ੍ਰੀ ਅਕਾਲ। ਪਲੀਜ਼ ਸਬਸਕ੍ਰਾਈਬ ਆਵਰ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਮਿਸ ਨਾ ਕਰੋ।